ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਕਿਰਪਾ ਕਰਦੇ ਹਨ। ਆਪ ਸੰਤਾਂ ਨੇ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਜੁੜਨਾ ਕੀਤਾ ਹੈ। ਆਪਣੀ ਜ਼ਿੰਦਗੀ ਦੇ ਸਵਾਸਾਂ ਨੂੰ ਸਫਲ ਕੀਤਾ ਹੈ। ਮਹਾਰਾਜ ਜੀ ਕਿਰਪਾ ਕਰਨ, ਆਪ ਦੀਆਂ ਦੀ ਯਾਤਰਾ ਸਫਲ ਕਰਨ, ਮਨੋਕਾਮਨਾਵਾਂ ਪੂਰੀਆਂ ਕਰਨ। ਗੁਰੂ ਦਾਤੇ ਦਾ ਬਿਰਦ ਹੈ, ਰੱਖੇ ਰੱਖਣਹਾਰ ਆਪ ਉਬਾਰਿਆਨ ਕੀ ਪੈਰੀ ਪਾਏਗਾ ਕਾਜ ਸਵਾਰਿਆਨ। ਮਹਾਰਾਜ ਜੀ ਦੇ ਚਰਨਾਂ ਕਮਲਾਂ ਅੰਦਰ ਜੁੜੇ ਹਾਂ। ਆਓ ਸਤਿਗੁਰਾਂ ਦੀ ਲੜੀਵਾਰ ਕਥਾ, ਗੁਰੂ ਸਾਹਿਬ ਦੇ ਬਚਨ ਬੜੇ ਪਿਆਰੇ ਭਾਗਾਂ ਵਾਲੇ, ਰੋਜ਼ ਮਹਾਰਾਜ ਦੇ ਦਰਸ਼ਨ ਹੁੰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਸ਼੍ਰੀ ਰਾਗ
ਮਹੱਲਾ ਤੀਜਾ। ਸ੍ਰੀ ਰਾਗ ਅੰਦਰ ਪਹਿਲਾ ਰਾਗ ਗੁਰੂ ਗ੍ਰੰਥ ਸਾਹਿਬ ਜੀ ਦਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਨਿਆਸਿਆਂ ਦੀ ਆਸ, ਨਿਚੀਜਿਆਂ ਦੀ ਚੀਜ਼ ਕਰਨ ਵਾਲੇ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ 10 ਗੁਰੂ ਸਾਹਿਬ ਦੇ ਵਿੱਚੋਂ ਸਭ ਤੋਂ ਵੱਧ ਆਰਬਲਾ ਦੇ ਮਾਲਕ ਹੋਏ ਗੁਰੂ ਅਮਰਦਾਸ ਜੀ ਮਹਾਰਾਜ। 12 ਸਾਲ ਕਾਲ ਕਮਾਈ ਕੀਤੀ। ਫਿਰ ਮਹਾਰਾਜ ਜੀ 72 ਵਰ੍ਹਿਆਂ ਦੀ ਉਮਰ ਵਿੱਚ ਤਖਤ ਤੇ ਬੈਠੇ। 95-96 ਸਾਲ ਤੱਕ ਗੁਰੂ ਸੰਗਤਾਂ ਨੂੰ ਨਿਹਾਲ ਕੀਤਾ। ਜਿਨੀ ਸੁਣ ਕੇ ਮੰਨਿਆ ਤਿਨਾ ਨਿਜ ਘਰ ਵਾਸ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ, ਕਹਿੰਦੇ ਭਾਈ ਗੁਰਬਾਣੀ ਨੂੰ, ਸਿਮਰਨ ਨੂੰ, ਵੇਦਾਂ ਨੂੰ, ਸ਼ਾਸਤਰਾਂ ਨੂੰ, ਜੋ ਪੁਰਾਤਨ ਧਰਮ ਸੀ, ਕਹਿੰਦੇ ਸੁਣਦੀ ਬਹੁਤ ਦੁਨੀਆ, ਮੰਨਦਾ ਨਹੀਂ ਕੋਈ ਆਖੋ। ਹੁਣ ਆਪਾਂ ਗੁਰੂ ਘਰ ਜਾਂਦੇ, ਮੰਦਰ ਜਾਂਦੇ, ਮਸਜਿਦ, ਕੀ ਆਪਾਂ ਮੰਨਦੇ ਹਾਂ ਨਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਾਂ ਕਿਸੇ ਨੂੰ ਕਹਿ ਦਈਦਾ ਤੂੰ ਮੇਰਾ ਸਭ ਕੁਝ, ਸਭ ਕੁਝ ਤਾਂ ਜੀ ਉਹਦੀ ਮੰਨੀਏ। ਜਦੋਂ ਆਪਾਂ ਮੰਨਣੀ ਨਹੀਂ ਕਿਸੇ ਦੀ, ਫਿਰ ਆਪਣਾ ਪਿਆਰ ਵੀ ਕਰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮੈਲ ਪਾਈ ਸੀ। ਜਿੰਨਾ ਚਿਰ ਮੰਨਦੇ ਨਹੀਂ ਆਪਾਂ, ਉਹਨਾਂ ਚਿਰ ਜ਼ਿੰਦਗੀ 'ਚ ਸੁਧਾਰ ਨਹੀਂ ਆਉਣਾ। ਜਿੰਨਾ ਮਰਜ਼ੀ ਮੱਥਾ, ਭਾਵੇਂ 10 ਵਾਰੀ ਮੱਥਾ ਟੇਕ ਲਓ, ਇੱਕ ਦਿਨ 'ਚ ਨਾ 10 ਵਾਰੀ ਮੱਥਾ ਟੇਕ ਤਾਂ ਵੀ ਮਾਰੇ ਕਹਿੰਦੇ। ਸੋ ਪਾਤਸ਼ਾਹ ਕਹਿੰਦੇ ਜਿਨੀ ਸੁਣ ਕੇ ਮੰਨਿਆ, ਜਿਨ੍ਹਾਂ ਨੇ ਸੁਣਿਆ ਤੇ ਮੰਨਿਆ ਵੀ। ਜੇ ਇਕੱਲਾ ਸਿਰ ਲਾਈ ਗਏ, ਹਾਂਜੀ ਹਾਂਜੀ ਜਕਾਰੇ ਛੱਡੀ ਗਏ ਤੇ ਮੰਨਣਾ ਨਹੀਂ। ਸਾਡੀ ਕੌਮ ਨੇ ਤਰੱਕੀ ਤਾਂ ਹੀ ਨਹੀਂ ਕੀਤੀ ਕਿਉਂਕਿ ਅਸੀਂ ਸੁਣ ਲਿਆ, ਮੰਨਿਆ ਨਹੀਂ। ਕੜਾ ਪਾ ਲਿਆ ਪਰ ਕੜੇ ਦੇ ਬਾਰੇ ਪਤਾ ਨਹੀਂ ਕੀ ਹੈ। ਪੱਗ ਬੰਨ੍ਹ ਲਈ ਹੈ ਪਰ ਪੱਗ ਦੇ ਬਾਰੇ ਪਤਾ ਨਹੀਂ ਕੀ ਹੈ। ਦਾੜਾ ਰੱਖ ਲਿਆ ਏ, ਕੇਸ ਰੱਖ ਲਏ ਪਰ ਉਹਦੇ ਬਾਰੇ ਪਤਾ ਨਹੀਂ ਇਹਨਾਂ ਦੀ ਅਹਿਮੀਅਤ ਕੀ ਹੈ। ਕਛਹਿਰਾ ਪਾ ਲਿਆ ਹੈ, ਇਹਦੇ ਅਰਥ ਨਹੀਂ ਪਤਾ। ਸ੍ਰੀ ਸਾਹਿਬ ਪਾ ਲਈ ਹੈ, ਇਹਦੇ ਅਰਥ ਵੀ ਨਹੀਂ ਪਤਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਸੁਣਿਆ, ਮੰਨਿਆ, ਮਨ ਕੀਤਾ ਵਾ। ਜਿੰਨਾ ਚਿਰ ਆਪਾਂ ਮੰਨਦੇ ਨਹੀਂ ਉਹਨਾਂ ਚਿਰ ਮੰਜ਼ਿਲ ਨਹੀਂ। ਹੁਣ ਕਿਸੇ ਨੂੰ ਪੁੱਛ ਲਓ ਜੀ ਮੈਂ ਸੁਲਤਾਨਪੁਰ ਜਾਣਾ, ਉਹ ਆਖੇਗਾ ਐਸ ਮੋੜ ਤੋਂ ਐ ਨੂੰ ਪੈ ਜਾ, ਸਿੱਧਾ ਸੁਲਤਾਨਪੁਰ। ਸੁਣ ਲਿਆ ਉਹ ਤੋਂ ਐ ਨੂੰ, ਪਰ ਚਲੇ ਗਿਆ ਐ ਨੂੰ ਲੋਈਆਂ ਤਾਂ ਕਿੱਦਾਂ ਪਹੁੰਚ ਜੂਗਾ। ਸੁਣ ਲਿਆ ਅਗਲੇ ਤੋਂ ਵੀ ਐ ਨੂੰ ਮੁੜਨਾ, ਪਰ ਉਧਰ ਨੂੰ ਮੁੜਿਆ ਨਹੀਂ। ਜੇ ਮੁੜੂ ਤੇ ਜਾਊ। ਇਸ ਕਰਕੇ ਮਾਰੇ ਕਹਿੰਦੇ ਸੁਣਦਾ ਹੈਗਾ ਤੂੰ ਵੀ ਪਰਮੇਸ਼ਰ ਹੈਗਾ ਵਾ, ਉਹ ਸਾਰਿਆਂ ਦੇ ਕੰਮ ਕਰਦਾ, ਸਾਰਿਆਂ ਨੂੰ ਰੋਜੀ ਦਿੰਦਾ, ਪਰ ਤੂੰ ਤੇ ਕਦੇ ਉਹਨੂੰ ਮਿਲਣਾ ਚਾਹਿਆ। ਪਰ ਮਾਰੇ ਕਹਿੰਦੇ ਜਿਹੜੇ ਸੁਣ ਕੇ, ਜਦੋਂ ਤੁਸੀਂ ਰੋਜ਼ ਸੁਣਦੇ ਆ ਆਪਾਂ ਸਾਰੇ ਮਾਰੇ ਨੂੰ, ਕਿੰਨੀ ਦੁਨੀਆ ਗੁਰੂ ਘਰਾਂ 'ਚ ਜਾਂਦੀ ਹੈ, ਪਰਮੇਸ਼ਰ ਦਾ ਹੁਕਮ ਸੁਣਦੀ ਹੈ। ਮਾਰੇ ਕਹਿੰਦੇ ਜੇ ਮੰਨ ਲੈਂਦੇ ਨਾ, ਹੁਣ ਟੀਚਰ ਦਾ ਕੰਮ ਹੈ ਸਬਕ ਦੇਣਾ। ਟੀਚਰ ਨੇ ਦੇਤਾ ਹੋਮਵਰਕ, ਜੇ ਤਾਂ ਘਰ ਆ ਕੇ ਕਰ ਲਿਆ ਤੇ ਅਗਲੇ ਦਿਨ ਨੰਬਰ ਆ ਜਾਣਗੇ ਪੂਰੇ 'ਚੋਂ ਪੂਰੇ। ਤੇ ਜੇ ਟੀਚਰ ਦੀ ਕਲਾਸ ਅਟੈਂਡ ਕੀਤੀ ਹੈ ਪਰ ਕੰਮ ਨਹੀਂ ਕੀਤਾ ਤੇ ਡੰਡੇ। ਇਸੇ ਤਰ੍ਹਾਂ ਗੁਰਬਾਣੀ ਆ, ਸੁਣੋ ਹੀ ਜਾਂਦੇ ਸਾਰੇ, ਕੀਰਤਨ ਸਾਰੇ ਕਰਾਉਂਦੇ ਘਰਾਂ 'ਚ, ਕਥਾ ਵੀ ਹੁੰਦੀ ਹੈ, ਮੰਨਦਾ ਨਹੀਂ। ਸਾਰੇ ਕਹਿੰਦੇ ਜੇ ਮੰਨੇਗਾ ਅਸਲੀ ਘਰ ਦੇ ਵਿੱਚ ਤੇਰਾ ਵਾਸਾ ਹੋਵੇਗਾ। ਗੁਰਮਤੀ ਸਾਲਾਹੇ ਸੱਚ ਹਰ ਪਾਇਆ ਗੁਣਤਾਸ। ਕਹਿੰਦੇ ਗੁਰੂ ਦੀ ਮੱਤ ਦੇ ਨਾਲ, ਜਿਹਨੇ ਗੁਰੂ ਦੀ ਸਿਫਤ ਕੀਤੀ ਨਾ, ਆਪਣੀ ਮੱਤ ਨਾਲ ਨਹੀਂ, ਗੁਰਮਤੀ ਸਲਾਹੇ ਸੱਚ, ਜਿਹਨੇ ਉਸ ਪਰਮੇਸ਼ਰ ਨੂੰ ਸਲਾਹੁਣਾ ਕੀਤਾ ਹੈ, ਉਹਦੇ ਬਣਾਏ ਹੋਏ ਸੰਸਾਰ ਦੇ ਵਿੱਚ ਜੋ ਸੱਚ ਹੈ ਉਸ ਦੀ ਪ੍ਰਾਪਤੀ ਗੁਣਤਾਸ, ਗੁਣਤਾਸ ਗੁਣਾਂ ਦੀ ਪ੍ਰਾਪਤੀ ਜਿਹੜੀ ਹੈ
ਉਹ ਗੁਣਾਂ ਦਾ ਖਜ਼ਾਨਾ ਉਹਨੂੰ ਮਿਲਦਾ ਜਿਹੜਾ ਗੁਰੂ ਦੀ ਮੱਤ ਲੈਂਦਾ। ਹੁਣ ਆਪਾਂ ਗੁਰੂ ਦੀ ਮੱਤ ਦੇ ਤੇ ਚੱਲਦੇ ਹੀ ਨਹੀਂ, ਜੋ ਗੁਰੂ ਕਹਿੰਦਾ ਉਹ ਕੌਣ ਮੰਨਦਾ। ਉੱਦਾਂ ਕਹਿੰਦੇ ਜੀ ਅਸੀਂ ਹਜ਼ੂਰ ਸਾਹਿਬ ਗਏ, ਅਸੀਂ ਹਰਿਮੰਦਰ ਸਾਹਿਬ ਗਏ, ਅਸੀਂ ਬੌਲੀ ਸਾਹਿਬ ਗਏ, ਇਹ ਤੁਰਿਆ ਜਾ। ਹੁਣ ਬੱਚਾ ਕਹੀ ਜਾਵੇ ਮੈਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਜਾ ਆਇਆ ਤੇ ਆਉਂਦਾ ਕੱਖ ਨਾ ਹੋਵੇ, ਉਹ ਕਹਿਣਗੇ ਮੈਨੂੰ ਤਾਂ ਲੱਗਦਾ ਤੂੰ ਇੱਕ ਦਿਨ ਨਹੀਂ ਗਿਆ। ਉਹ ਹਾਲਤ ਸਾਡੀ ਹੈ ਵੀ ਅਸੀਂ, ਸਾਡੀ ਨੌਜਵਾਨੀ, ਸਾਡੇ ਬੱਚਿਆਂ ਨੂੰ ਵੇਖ ਕੇ ਕੋਈ ਕਹਿ ਦੂਗਾ ਵੀ ਇਹ ਗੁਰਦੁਆਰੇ ਜਾਂਦੇ ਜਾਨੇ ਅਸੀਂ ਕਿਸੇ ਕੋਲ, ਅੰਦਰ ਸਾਡੇ ਕੋਈ ਹੋਰ ਵਸਿਆ ਪਿਆ ਕੋ ਸਕਦਾ। ਇਹ ਗੱਲ ਤੇ ਅੰਦਰ ਦੀ ਸੀ, ਅੰਦਰ ਕੋਈ ਹੋਰ ਹੈ ਤੇ ਬਾਹਰ ਕੋਈ ਹੋਰ ਹੈ। ਤੁਮਾਰੇ ਕਹਿੰਦੇ ਇਸ ਕਰਕੇ ਭਾਈ ਗੁਣਾਂ ਦੇ ਦਾਸ ਪਰਮੇਸ਼ਰ ਖਜ਼ਾਨੇ ਨੂੰ ਗੁਰੂ ਦੀ ਮੱਤ ਦੇ ਨਾਲ ਹੀ ਸਿਫਤ ਕਰੇਗਾ ਤੇ ਪ੍ਰਾਪਤ ਹੋਣਾ ਹੈ। ਸ਼ਬਦ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਤਾ ਚਾਸ। ਕਹਿੰਦੇ ਜਿਹੜੀਆਂ ਰੂਹਾਂ ਨੂੰ ਸ਼ਬਦ ਦਾ ਰੰਗ ਚੜ ਗਿਆ ਨਾ, ਉਹਨਾਂ ਦੀ ਮੈਲ ਨਿਕਲ ਗਈ। ਆਖੋ ਸਤਿਨਾਮ। ਜਿੱਦਾਂ ਸਾਬਣ ਸਰਫ ਤੋਂ ਬਿਨਾਂ ਇਕੱਲੇ ਪਾਣੀ 'ਚ ਕੱਪੜੇ ਭੇਦੋ, ਸਾਰੀ ਦਿਹਾੜੀ ਘੁਮਾਈ ਜਾਓ ਮਸ਼ੀਨ ਨੂੰ, ਮੈਲ ਬਾਹਰ ਬੋਲੋ ਜੀ ਨਹੀਂ ਆਉਣੀ ਨਾ। ਪਾਣੀ ਦੇ ਵਿੱਚ ਮਧਾਣੀ ਪਾ ਕੇ ਸਾਰਾ ਦਿਨ ਮਧਾਣੀ ਚਲਾਓ, ਮੱਖਣ ਨਹੀਂ ਬਾਹਰ ਆਉਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਤੂੰ ਸ਼ਬਦ ਦੀ ਕਮਾਈ ਨਹੀਂ ਨਾ ਕਰਦਾ, ਉਹਨਾਂ ਚਿਰ ਤੇਰੇ ਅੰਦਰ ਜਿਹੜੀ ਮੈਲ ਆ ਨਾ, ਈਰਖਾ, ਚੁਗਲੀਆਂ, ਸਾੜਾ, ਦਵੈਸ਼, ਕਾਮ, ਕ੍ਰੋਧ, ਇਹ ਬਾਹਰ ਨਹੀਂ ਨਿਕਲਣੀ, ਨਹੀਂ ਨਿਕਲਣੀ। ਇਸ ਕਰਕੇ ਕੋਈ ਵੀ ਸਾਧੂ ਸੰਤ, ਕੋਈ ਰੱਬ ਦੇ ਪਿਆਰੇ, ਉਹ ਇਹੋ ਹੀ ਚੀਜ਼ ਕਹਿੰਦੇ ਵੀ ਨਾਮ ਜਪੋ। ਨਾਮ ਕੀ ਸ਼ਬਦ, ਨਾਮ ਦੀ ਕਮਾਈ ਕਰੋ। ਮੰਨ ਲਓ 25, 30, 24 ਸਾਹਿਬ ਪੜ੍ਹ ਲਓ, 5, 7 ਜਪਜੀ ਸਾਹਿਬ ਪੜ੍ਹ ਲਓ। ਜੇ ਨਹੀਂ ਆਉਂਦੇ ਤੇ 50, 60 ਮੂਲ ਮੰਤਰ ਦੇ ਪਾਠ ਹੀ ਕਰ ਲਓ। ਜੇ ਮੂਲ ਮੰਤਰ ਵੀ ਨਹੀਂ ਆਉਂਦਾ ਤੇ ਕਹਿੰਦੇ ਵਾਹਿਗੁਰੂ ਹੀ ਕਹਿ ਲਿਆ ਕਰ। ਕਹਿੰਦਾ ਬਾਬਾ ਜੀ ਮੇਰਾ ਟਾਈਮ ਨਹੀਂ ਲੱਗਦਾ। ਕਹਿੰਦੇ ਜਦੋਂ ਗੱਡੀ 'ਚ ਬਹਿਣਾ ਮੋਟਰਸਾਈਕਲ ਤੇ, ਇਹਦੇ ਜ਼ੁਬਾਨ ਤੇ ਵਿਹਲੀ ਹੁੰਦੀ ਹੈ, ਇਹਨੂੰ ਚਲਾਈ ਜਾਇਆ ਕਰੇ। ਕਿਹੜਾ ਵੀ ਤੂੰ ਸਾਈਕਲ ਚਲਾਉਣਾ ਪੈਰਾਂ ਨਾਲ, ਤੂੰ ਨਹੀਂ ਦਿਲ ਕਰਦਾ। ਜੇ ਜੁੜਨਾ ਹੋਵੇ ਸਹੀ ਬੰਦੇ ਨੇ। ਕੋਈ ਨਾ ਇੰਗਲੈਂਡ ਸੀ ਮਹਾਂਪੁਰਖਾਂ ਨੂੰ ਮਿਲਿਆ ਸਿੰਘ, ਕਹਿੰਦੇ ਬਾਬਾ ਜੀ ਇੱਥੇ ਤੁਹਾਨੂੰ ਪਤਾ ਲਾਈਫ ਬੜੀ ਬਿਜੀ ਹੈ, ਧੰਦੇ ਹੀ ਇੰਨੇ ਗਾ ਵੀ ਮੇਰੇ ਕੋਲੋਂ ਨਿਤਨੇਮ ਨਹੀਂ ਹੁੰਦਾ, ਟਾਈਮ ਹੈ ਨਹੀਂ, ਮੈਂ ਤਾਂ ਰੋਟੀ ਵੀ ਕਈ ਵਾਰ ਨਹੀਂ ਖਾਂਦਾ। ਤੇ ਮਹਾਂਪੁਰਖ ਕਹਿੰਦੇ ਟਾਈਮ ਤੇ ਹੈਗਾ ਪਰ ਤੂੰ ਟਾਈਮ ਕੱਢਦਾ ਹੀ ਨਹੀਂ। ਕਹਿੰਦੇ ਜਦੋਂ ਕੰਮ ਤੇ ਜਾਣਾ ਤੇ ਕੱਚ ਜਾਣਾ, ਕਹਿੰਦੇ ਗੱਡੀ 'ਚ, ਤੇ ਕਹਿੰਦੇ ਗੱਡੀ ਤੇਰੀ 'ਚ ਕੀ ਚੱਲਦਾ ਹੁੰਦਾ, ਕਹਿੰਦਾ ਗਾਣੇ। ਉਹ ਕਹਿੰਦੇ ਨਕਮਿਆ ਫਿਰ ਉਹ ਗਾਣਿਆਂ ਦੀ ਥਾਂ ਤੇ ਬਾਣੀ ਲਾ ਲਾ, ਨਾਲ ਨਾਲ ਪੜ੍ਹੀ ਗਿਆ ਨਾਲੇ ਸੁਣੀ ਗਿਆ। ਸੁਣਤੇ ਪੁਨੀਤ ਕਹਤੇ ਪੋਇਤ। ਕਹਿੰਦੇ ਮਹਾਂਪੁਰਖਾਂ ਦੇ ਚਰਨ ਫੜ ਲਏ, ਸਾਧਕ ਸੰਗ ਮੋ ਪੂਜਲੋਤ, ਸਾਧ ਸੰਗ ਮਲ ਸਗਲੀ ਖੋਤ। ਤੇ ਉਸ ਬੰਦੇ ਨੇ ਗੱਲ ਕਹੀ, ਕਹਿੰਦੇ 15 ਦਿਨਾਂ ਬਾਅਦ ਮੈਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਗਿਆ ਸੀ, ਜਿੱਦਣ ਤੋਂ ਮੈਂ ਆਪਣੀ ਗੱਡੀ ਦੇ ਵਿੱਚੋਂ ਉਹ ਚਿੱਪ ਕੱਢਤੀ ਤੇ ਬਾਣੀ ਦੀ ਬਾਣੀ। ਅੱਜ ਵੀ ਬਹੁਤਾਤ ਗਿਣਤੀ ਜਿਹੜੇ ਸਾਡੇ ਵੀਰ ਬਾਹਰ ਟਰਾਲਿਆਂ ਤੇ ਆ ਨਾ, ਬਹੁਤ ਲਾਹਾ ਲੈ ਰਹੇ, ਕਿਉਂਕਿ ਲੰਮਾ ਰੂਟ ਹੁੰਦਾ 15-16 ਘੰਟੇ ਦਾ। ਕਹਿੰਦੇ ਕਈ ਸਹਿਜ ਪਾਠ ਟਰਾਲੇ ਦੇ ਵਿੱਚ ਸੁਣ ਲਏ, ਕਈ ਸਹਿਜ ਪਾਠ। ਆ ਕਈ ਬੱਚੇ ਇੱਧਰ ਗਏ ਸੀ, ਹਾਸਾ ਆਉਂਦਾ, ਗੁੱਸਾ ਨਾ ਕਰਿਓ, ਉਹਨਾਂ ਦਾ ਮੂੰਹ ਸਿਰ ਏਦਾਂ ਜਿਵੇਂ ਲੌਂਦਰਾਂ ਮਾਰੀਆਂ ਹੋਈਆਂ, ਤੇ ਉੱਥੇ ਜਾ ਕੇ ਇੰਨਾ ਰੰਗ ਚੜਿਆ, ਐਡੀ ਦਸਤਾਰ ਬੰਨੀ, ਦਾੜਾ ਪ੍ਰਕਾਸ਼। ਤੇ ਮੈਂ ਪੁੱਛਿਆ, ਮੈਂ ਕਿਹਾ ਪਤਾ ਨਹੀਂ ਕੀ ਗੱਲ ਆ, ਇੱਧਰ ਜਾ ਕੇ ਤੂੰ ਵੇਲਾ ਜੁੜ ਗਿਆ ਤੇ ਇੱਥੇ ਇੰਨੀ ਕਥਾ ਹੁੰਦੀ, ਇੰਨੇ ਗੁਰਦੁਆਰੇ। ਕੁਝ ਕਹਿੰਦੇ ਬਾਬਾ ਜੀ ਪਤਾ ਵੀ ਬਾਅਦ 'ਚ ਹੀ ਲੱਗਦਾ ਜੋ ਸਿਰ ਤੇ ਪੈਂਦੀ। ਬੜਾ ਕਈ ਜੁੜ ਜਾਂਦੇ, ਕਈ ਹੋਰ ਵਿਗੜ ਜਾਂਦੇ, ਸੋ ਆਪੋ ਆਪਣੇ ਭਾਗ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਮਾਂ ਹੈਗਾ ਵਾ, ਤੂੰ ਕੱਢਣਾ ਨਹੀਂ ਚਾਹੁੰਦਾ, ਤੇਰੀ ਨੀਤ ਮਾੜੀ ਆ। ਕੀ ਨਹੀਂ ਹੁੰਦਾ ਦੁਨੀਆ 'ਚ, ਕਿਹੜੀ ਚੀਜ਼ ਨਹੀਂ ਹੁੰਦੀ। ਬੰਦੇ ਦਾ ਚਾਹ ਹੋਣਾ ਚਾਹੀਦਾ, ਕੋ ਸਤਿਨਾਮ, ਰੂਹ ਹੋਣੀ ਚਾਹੀਦੀ ਹੈ। ਤੇ ਮੰਜ਼ਿਲ ਵੀ ਉਹਨਾਂ ਦੇ ਪੈਰ ਚੁੰਮਦੀ ਹੈ ਜਿਹੜੇ ਆਪਣੇ ਪੈਰਾਂ ਨੂੰ ਧਰਤੀ ਤੇ ਤੋਰਦੇ ਆ। ਤੇ ਜੇ ਮੰਜੇ ਤੋਂ ਨਹੀਂ ਉੱਠਣਾ, ਮਹਾਰਾਜ ਤੂੰ ਹੀ ਨਹੀਂ, ਮਹਾਰਾਜ ਤੇਰਾ ਹੀ ਆਸਰਾ। ਤੇ ਮਹਾਰਾਜ ਜੀ ਕਹਿਣਗੇ ਵੀ ਮੈਂ ਤੇ ਆਖਿਆ ਸੀ ਉਦਮ ਮਤ ਪ੍ਰਭ ਅੰਤਰਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ। ਉਦਮ ਤੂੰ ਕਰ, ਅਰਦਾਸ ਕਰ ਤੇ ਮਹਾਰਾਜ ਭਾਗ ਲਾਊਗਾ। ਉਹ ਸਾਰਾ ਕੁਝ ਮਹਾਰਾਜ ਤੇ ਸੁੱਟ ਕੇ ਬਹਿ ਜਾਂਦਾ।
ਇੱਕ ਨਾ ਇਦਾਂ ਹੀ ਕੋਈ ਮੇਰੇ ਵਰਗਾ ਸੀ, ਕੋਈ ਚੇਲਾ ਮਹਾਂਪੁਰਖ ਦਾ, ਤੇ ਉਹਨੂੰ ਨਾ ਕੋਈ ਪ੍ਰੇਮੀ ਆਏ ਤੇ ਉਹ ਕਹਿੰਦਾ ਵੀ ਮਹਾਂਪੁਰਖ ਕਹਿੰਦੇ ਵੀ ਜਾ ਜਾ ਕੇ ਨਾ ਬਾਲਣ ਲੈ ਕੇ ਆ, ਵੀ ਦੁੱਧ ਆਇਆ ਵਾ ਤੇ ਚੌਲ ਆਏ, ਆਪਾਂ ਖੀਰ ਬਣਾਉਣੀ ਆ। ਤੇ ਕਹਿੰਦਾ ਜੀ ਨਹੀਂ, ਜਦੋਂ ਮੈਂ ਬਾਲਣ ਲੈਣ ਗਿਆ ਤੇ ਮੇਰਾ ਪਿੱਛਾ ਹੋ ਜਾਣਾ ਤੁਹਾਡੇ ਵੱਲੇ, ਤੇ ਮੈਂ ਆਪਣੇ ਗੁਰੂ ਨੂੰ ਪਿੱਛਾ ਨਹੀਂ ਕਰਨਾ। ਮਹਾਂਪੁਰਖ ਬਾਲਣ ਵੀ ਆਪ ਲੈ ਆਏ, ਅੱਗ ਬਾਲਤੀ, ਉਹਨੇ ਚਿਰ ਨੂੰ ਨਾ ਮੀਂਹ ਆਇਆ। ਉਹ ਕਹਿੰਦੇ ਵੀ ਜਾ ਛੱਤ ਤੇ ਚੜ੍ਹ ਤੇ ਤਰਪਾਲ ਪਾ, ਵੀ ਆਪਣੀ ਕੁਟੀਆ ਚੋਣੀ ਆ। ਕਹਿੰਦਾ ਜੀ ਮੈਂ ਆਪਣੇ ਉਸਤਾਦ ਦੀ ਉੱਚਾ ਨਹੀਂ ਹੋ ਸਕਦਾ, ਮੈਂ ਉੱਪਰ ਨਹੀਂ ਚੜ੍ਹਨਾ। ਉਹ ਵੀ ਵਿਚਾਰਾ ਆਪ ਆਇਆ। ਜਦੋਂ ਖੀਰ ਬਣ ਗਈ ਤੇ ਕਹਿੰਦਾ ਖੀਰ ਛਕ ਲਾ। ਕਹਿੰਦਾ ਮੈਂ ਸੁਣਿਆ ਮਹਾਂਪੁਰਖ ਕਹਿੰਦੇ ਤੀਜਾ ਵਚਨ ਨਹੀਂ ਮੋੜਨਾ ਚਾਹੀਦਾ, ਕੋ ਸਤਿਨਾਮ। ਉਹ ਗੱਲ ਸਾਡੀ ਹੈ ਵੀ ਜੇ ਮਿਹਨਤ ਕਰਨੀ ਕਹਿੰਦੇ ਰੱਬ ਕਰੂਗਾ, ਹੈ ਜੇ ਗ੍ਰੰਥ ਪੜ੍ਹਨਾ ਰੱਬ ਪੜੂਗਾ, ਡਿਊਟੀ ਕਰਨੀ ਰੱਬ ਕਰੂਗਾ, ਸਾਰੀਆਂ ਚੀਜ਼ਾਂ ਕਹਿੰਦੇ ਕੋਈ ਨਹੀਂ ਮਹਾਰਾਜ ਕਰੂਗਾ ਤੇ ਫੇਰ ਹੀ ਹੋਣਾ। ਤੇ ਜਦੋਂ ਅੰਦਰ ਨੂੰ ਵਾੜ ਪੈਂਦੀ ਤੇ ਉਦੋਂ ਥਾਲੀ ਕਿਉਂ ਫੜਦਾ? ਫਿਰ ਥੋੜਾ ਧਿਆਨ ਦਿਓ। ਬਾਕੀ ਨਾ ਨੀਤ ਭੈੜੀ, ਬਾਕੀ ਕਹਿਣਾ ਸਾਰੇ ਕੰਮ ਮਹਾਰਾਜ ਕਰੂਗਾ, ਜੋ ਕਰਮਾਂ 'ਚ ਮਿਲ ਜਾਣਾ ਉਹਦਾ ਹੁਕਮ ਆ। ਤੇ ਜਦੋਂ ਫਿਰ ਅੰਦਰ ਨੂੰ ਵਾੜ ਪੈਂਦੀ ਤੇ ਫਿਰ ਥਾਲੀ ਫੜੀ ਤੇ ਮੈਂ ਕਿਹਾ ਰੱਖ ਇੱਥੇ। ਕਹਿੰਦਾ ਕੀ ਹੋਇਆ? ਮੈਂ ਕਿਹਾ ਰਹਿਣ ਦੇ ਥਾਲੀ, ਤੂੰ ਬਹਿ ਜਾ ਮੰਜੇ ਤੇ, ਆਪੇ ਰੱਬ ਹੀ ਲਿਆਊ ਪਾ ਕੇ ਵਿੱਚ ਆਪ ਸਤਿਨਾਮ। ਕਿ ਦੂਜੇ ਕੰਮਾਂ 'ਚ ਆਪਾਂ ਉਹਦਾ ਨਾਂ ਲਾ ਦਿੰਦੇ ਆ ਤੇ ਜਦੋਂ ਆਪਦੀ ਵਾਰੀ ਹੁੰਦੀ ਉਦੋਂ ਦਿਸ ਪੈਂਦਾ। ਉਹ ਗੱਲ ਕੋਲੋਂ ਚੇਲੇ ਦੀ ਦੋ ਕੰਮ ਜਵਾਬ। ਤੇ ਜੇ ਨੂੰ ਕਹਿੰਦਾ ਕੋਈ ਨਹੀਂ ਖੀਰ ਛਕ ਲੈਂਦੇ ਆ, ਮਾਰੇ ਕਹਿੰਦੇ ਤੀਜਾ ਵਚਨ ਨਹੀਂ ਮੋੜਨਾ ਚਾਹੀਦਾ। ਇਸ ਕਰਕੇ ਕਿਸੇ ਦੀ ਰੰਗਤ ਹੁੰਦੀ ਹੈ, ਕਿਸੇ ਦਾ ਸੰਗ ਹੁੰਦਾ ਹੈ ਜਿਹੜਾ ਜ਼ਿੰਦਗੀ ਬਦਲ ਦਿੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਦਾਂ ਪਾਣੀ ਵਿੱਚ ਮਧਾਣੀ ਪਾਇਆ ਕੁਛ ਨਹੀਂ ਨਿਕਲਣਾ, ਇਕੱਲੇ ਪਾਣੀ 'ਚ ਕੱਪੜੇ ਘੁਮਾ ਘੁਮਾ ਕੇ ਮੈਲ ਬਾਹਰ ਨਹੀਂ ਆਉਣੀ। ਜਿੰਨਾ ਚਿਰ ਸ਼ਬਦ ਦਾ ਸਾਬਣ ਨਹੀਂ ਪੈਂਦਾ ਮੈਲ ਤੇਰੀ ਵੀ ਬਾਹਰ ਨਹੀਂ ਆਉਣੀ। ਆਪਕੋ ਸਤਿਨਾਮ ਸ੍ਰੀ ਵਾਹਿਗੁਰੂ। ਸ਼ਬਦ ਰਤੇ ਸੇ ਨਿਰਮਲੇ। ਕਹਿੰਦੇ ਜਿਨ੍ਹਾਂ ਨੂੰ ਸ਼ਬਦ ਦਾ ਰੰਗ ਚੜ ਗਿਆ ਉਹਨਾਂ ਦੀ ਅੰਦਰ ਦੀ ਸਾਰੀ ਮੈਲ ਜਿਹੜੀ ਹੈ ਨਾ ਧੁੱਬ ਧੁੱਬ ਕੇ ਬਾਹਰ ਆ ਜਾਣੀ। ਹਉ ਸਦ ਬਲਿਹਾਰੈ ਜਾਸ। ਤੇ ਮਾਰੇ ਕਹਿੰਦੇ ਫਿਰ ਜਦੋਂ ਤੇਰੀ ਮੈਲ ਨਿਕਲ ਗਈ ਨਾ ਮੈਂ ਤੇਰੇ ਤੋਂ ਵਾਰੇ ਵਾਰੇ ਜਾਵਾਂ। ਅਜੇ ਆਪਣਾ ਅੰਦਰ ਹੀ ਇੰਨਾ ਗੰਦਾ ਮਾਲ ਹੈ। ਸੱਚੇ ਪਾਤਸ਼ਾਹ ਕਹਿੰਦੇ ਅਜੇ ਨਹੀਂ। ਜਿੱਦਣ ਸਾਫ਼ ਹੋ ਗਿਆ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ। ਗੰਗਾ ਦੇ ਪਾਣੀ ਵਰਗਾ ਚਿੱਟਾ ਹੋ ਗਿਆ। ਪਾਤਸ਼ਾਹ ਲਾਗੋ ਹਰ ਫਿਰੇ ਕਹਿਤ ਕਬੀਰ। ਕਬੀਰ ਕਹਿੰਦੇ ਹੁਣ ਤੂੰ ਉਹਨੂੰ ਲੱਭਦਾ ਫਿਰਦਾ ਤੇ ਤੈਨੂੰ ਲੱਭਦਾ ਨਹੀਂ। ਜਿੱਦਣ ਮਨ ਨਿਰਮਲ ਹੋ ਗਿਆ ਰੱਬ ਨੇ ਤੈਨੂੰ ਲੱਭਣਾ। ਤੇ ਕਬੀਰ ਨੂੰ ਲੱਭਾ ਹੀ ਸੀ ਰੱਬ ਜੀ ਨੇ। ਕਬੀਰ ਸਾਹਿਬ ਜੀ ਲੋਕੇ ਬਹਿ ਗਏ। ਨਿੰਦਕਾਂ ਨੇ ਕਹਿਤਾ ਜੀ ਇਹਨੇ ਜੱਗ ਲਾਇਆ ਘਰੇ, ਪਰਮੇਸ਼ਰ ਜੀ ਆਪ ਨਿਭਾ ਕੇ ਗਏ ਸੀ। ਫਿਰ ਤੇ ਜਦੋਂ ਧੰਨ ਧੰਨ ਹੋ ਗਈ ਤੇ ਫਿਰ ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪੇ ਕਿਆ ਲਾਗੈ ਮੇਰਾ। ਇਸ ਕਰਕੇ ਮਾਰੇ ਕਹਿੰਦੇ ਸ਼ਬਦ ਦੇ ਨਾਲ ਭੇਜ। ਜਿੱਦਾਂ ਕੱਪੜੇ ਸਰਫ ਸਾਬਣ 'ਚ ਭੇਜ ਕੇ ਆਪਣੀ ਮੈਲ ਛੱਡ ਕੇ ਚਮਕ ਜਾਂਦੇ, ਤੂੰ ਵੀ ਆਪਣੀ ਹਉਮੈ ਛੱਡ ਕੇ ਸ਼ਬਦ ਵਿੱਚ ਭੇਜ ਜਾ, ਚਮਕ ਜਾਵੇਂਗਾ। ਹਿਰਦੈ ਜਿਨ ਕੈ ਹਰਿ ਵਸੈ, ਤਿਤ ਘਟ ਹੈ ਪ੍ਰਗਾਸ। ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਵਸ ਗਿਆ ਉਹਨਾਂ ਦੇ ਅੰਦਰ ਚਾਨਣ ਹੋ ਗਿਆ। ਪ੍ਰਗਾਸ ਕਹਿੰਦੇ ਚਾਨਣ। ਹੁਣ ਆਪਣੇ ਅੰਦਰ ਹਨੇਰਾ, ਆਪਾਂ ਨੂੰ ਕੁਝ ਨਹੀਂ ਦੀਦਾ। ਪਰ ਜਿਹੜੇ ਬੰਦਗੀ ਵਾਲੇ ਹੁੰਦੇ ਆ ਉਹ ਅੱਖਾਂ ਬਹੁਤ ਘੱਟ ਖੋਲ੍ਹਦੇ ਆ, ਬੰਦ ਹੀ ਰਹਿੰਦੀਆਂ, ਕਿਉਂਕਿ ਅੰਦਰ ਦੀ ਸੈਰ ਕਰਨ ਦਾ ਆ। ਅੰਦਰ ਦੀ ਸੈਰ ਬੜੀ ਡੂੰਘੀ ਆ। ਜਿੱਦਾਂ ਕੋਈ ਗੁਫਾ ਹੁੰਦੀ ਨਾ ਤੇ ਬੰਦਾ ਉਹਦੇ ਵਿੱਚ ਵੜ ਜੇ ਤੇ ਗੁਫਾ ਦੇ ਵਿੱਚ ਪਹਿਲਾਂ ਹਨੇਰਾ ਆਇਆ, ਉਹ ਫਿਰ ਅੱਗੇ ਜਾ ਕੇ ਚਾਨਣ ਆਇਆ, ਫਿਰ ਅੱਗੇ ਜਾਲਾ ਆਇਆ, ਫਿਰ ਅੱਗੇ ਪਹਾੜ ਦੇ ਪੱਥਰ ਆਏ, ਪਾਣੀ ਆਇਆ, ਫਿਰ ਅਗਲੇ ਪਾਸੇ ਚਾਂਦੀ ਦਾ ਖਜ਼ਾਨਾ ਦਿਸਿਆ, ਫਿਰ ਉਹ ਖਜ਼ਾਨੇ ਦੇ ਅੱਗੇ ਸੋਨੇ ਦੀ ਖਾਣ ਆ ਗਈ, ਫਿਰ ਮੋਤੀਆਂ ਦੀ। ਉਹ ਫਿਰ ਐਸਾ ਅੰਦਰ ਦੀ ਅੰਦਰ ਦਾ ਖਜ਼ਾਨਾ, ਜਿੱਦਾਂ ਕਿ ਪੁਰਾਣੀ ਮੂਵੀ ਹੁੰਦੀ ਸੀ ਨਾ ਅਲੀ ਬਾਬਾ 40 ਚੋਰ, ਉਹ ਖਜ਼ਾਨੇ ਵਾਲੀ ਪਹਾੜੀ। ਉਹਨੇ ਕਹਿਣਾ ਖੁੱਲ ਜਾ ਸਿਮ ਸਿਮ, ਬੜੀ ਪੁਰਾਣੀ ਹੈ। ਉਹਨੇ ਖੁੱਲਣਾ ਤੇ ਵਿੱਚ ਉਹਦੇ ਬੜਾ ਖਜ਼ਾਨਾ। ਇੱਦਾਂ ਹੀ ਮਾਰੇ ਕਹਿੰਦੇ ਇਹਦੇ ਬਾਹਰ ਦੀਆਂ ਗੱਲਾਂ ਐਸ ਹਿਰਦੇ ਨੂੰ ਕਹਿ ਖੁੱਲ ਜਾ ਸਿਮ ਸਿਮ। ਜਿੱਦਣ ਇਹ ਖੁੱਲ ਗਿਆ ਨਾ
ਜਿਹੜਾ ਖਜ਼ਾਨਾ ਅੰਦਰ ਦੀ ਸੈਰ ਦਾ ਉਹ ਕਿਸੇ ਕੋਲ। ਤੁਸੀਂ ਸਾਖੀ ਸੁਣੀ ਸੀ ਨਾ ਵੀ ਕੋਈ ਫਕੀਰ ਜੰਗਲ 'ਚ ਬੈਠਾ ਸੀ ਤੇ ਉੱਥੇ ਇੱਕ ਲੱਕੜਾਂ ਕੱਟਣ ਵਾਲਾ ਆਉਂਦਾ ਸੀ ਤੇ ਉਹਨੇ ਕਿਹਾ, ਬਾਬਾ ਅੱਜ ਮੇਰਾ ਪਾਣੀ ਘਰੇ ਰਹਿ ਗਿਆ, ਮੈਨੂੰ ਪਾਣੀ ਪਿਆ ਦੇ। ਉਹਨੇ ਪਾਣੀ ਪਿਆਇਆ। ਕਹਿੰਦੇ ਪੁੱਤ ਕੀ ਕਰਦਾ? ਕਹਿੰਦੇ ਲੱਕੜਾਂ ਕੱਟਦਾ ਏ। ਕਹਿੰਦਾ ਕਦੇ ਲੱਕੜਾਂ ਤੋਂ ਅੱਗੇ ਵੀ ਗਿਆ ਕਿ ਨਹੀਂ? ਕਹਿੰਦੇ ਜੀ ਨਹੀਂ। ਕਹਿੰਦੇ ਜਾਈ ਫਿਰ। ਅਗਲੇ ਦਿਨ ਉਹ ਜੰਗਲ ਦੇ ਅਗਲੇ ਪਾਰ ਗਿਆ ਤੇ ਕੀ ਵੇਖਿਆ? ਇੱਕ ਨਦੀ, ਨਦੀ ਦੇ ਅਗਲੇ ਬੰਨੇ ਇੱਕ ਹੋਰ ਜੰਗਲ ਹੈ ਤੇ ਉਹ ਚੰਦਨ ਹੈ। ਉਹ ਚੰਦਨ ਦਾ ਲੱਕੜ ਮਹਿੰਗੀ ਬਹੁਤ ਸੀ। ਫਿਰ ਕੁਝ ਦਿਨਾਂ ਬਾਅਦ ਉਹ ਸਾਧੂ ਮਿਲ, ਧਿਆਨ ਨਾਲ ਸੁਣਿਆ, ਫਿਰ ਉਹ ਸਾਧੂ ਮਿਲਿਆ। ਇਹ ਸਾਖੀ 'ਚ ਬਹੁਤ ਡੂੰਘਾ ਰਾਜ ਆ, ਭਾਵੇਂ ਸਾਖੀ ਛੋਟੀ ਆ। ਕਹਿੰਦਾ ਕੀ ਕਰਦਾ? ਕਹਿੰਦਾ ਬਸ ਤੁਹਾਡੀ ਕਿਰਪਾ ਨਾਲ ਚੰਦਨ ਮਿਲ ਗਿਆ ਵਾ ਤੇ ਆਪਾਂ ਲੈ ਆਈਦਾ, ਵੇਚ ਲਈਦਾ। ਕਹਿੰਦਾ ਫਿਰ ਉੱਥੇ ਖਲੋਤਾ ਅਜੇ ਵੀ? ਅੱਗੇ ਹੋ। ਅੱਗੇ ਗਿਆ ਕਿ ਛੋਟੀ ਜੀ ਨਦੀ ਲੰਘ ਕੇ ਅੱਗੇ ਕੀ ਵੇਖਿਆ? ਚਾਂਦੀ ਦੀ ਖਾਣ। ਚਾਂਦੀ ਦੇ ਉਹਨੇ ਲੈ ਆਉਣੀ 15-16 ਕਿਲੋ ਤੇ ਅੱਗੇ ਰੋਜ਼ ਆਉਂਦਾ ਸੀ ਜੰਗਲ 'ਚ, ਹੁਣ 15-20 ਦਿਨ ਹੀ ਆਉਣਾ। ਯਾਨੀ ਸਾਡੀ ਫਿਦਰਤ ਦਾ ਅਸੀਂ ਉੱਥੇ ਜਿੰਨਾ ਕੁ ਰੱਬ ਨੇ ਉੱਥੇ ਖੜੋ ਜਾਈਦਾ। ਫਿਰ ਮਿਲਿਆ ਮਹੀਨੇ ਕੁ ਬਾਅਦ। ਕਹਿੰਦੇ ਕੀ ਹਾਲ ਹੈ? ਕਹਿੰਦਾ ਤੁਹਾਡੀ ਕਿਰਪਾ ਮਹਾਂਪੁਰਖੋ, ਆਨੰਦ ਵੱਜੇ ਪਏ। 15 ਕਿਲੋ ਲੈ ਲਈਦੀ ਆ ਤੇ ਮੈਂ ਕਿਹਾ ਜ਼ਿਆਦੀ ਲੈ ਕੇ ਰੌਲਾ ਪੈ ਜਾਣਾ, ਪੈਸੇ ਕਿੱਥੋਂ ਆਏ ਤੇ ਉਨੀ ਕੁ ਮੌਜ ਆ। ਫਿਰ ਕਹਿੰਦੇ ਉੱਥੇ ਖਲੋਤਾ ਜੇ। ਅੱਗੇ ਹੋ ਥੋੜਾ ਜਿਹਾ, ਅੱਗੇ ਇੱਕ ਛੋਟੀ ਜੀ ਨਦੀ ਆਈ ਤੇ ਅਗਲੇ ਪਾਸੇ ਸੋਨੇ ਦੀ ਖਾਣ। ਫਿਰ ਉਹਨੇ ਕੀ ਕੀਤਾ? ਫਿਰ ਉਹਨੇ 3 ਮਹੀਨੇ ਆਉਣਾ, 21 ਲੈ ਜਾਣਾ 25-30 ਤੋਲੇ। ਤੇ ਉਹ ਕਹਿੰਦੇ ਫਿਰ ਮਿਲਿਆ ਸਾਧੂ। ਕਹਿੰਦਾ ਓਏ ਕਿੱਥੇ ਕੁ ਪਹੁੰਚਾ? ਕਹਿੰਦਾ ਜੀ ਪਹੁੰਚੇ ਕੀ? ਆਨੰਦ ਵੱਜੇ ਪਏ। ਕਹਿੰਦਾ ਅੱਗੇ ਹੋ। ਜਦੋਂ ਫਿਰ ਉਹ ਛੋਟੀ ਜੀ ਨਦੀ ਲੰਘੀ ਤੇ ਅਗਲੇ ਪਾਸੇ ਹੀਰੇ ਮੋਤੀਆਂ ਦੀ ਖਾਣ। ਮੁੜ ਕੇ ਫਿਰ 3-4 ਸਾਲੀ ਮੇਲ ਹੋਇਆ। ਸਤਿਨਾਮ ਸ੍ਰੀ, ਸਮਝ ਰਹੇ ਹੋ? ਜਿਵੇਂ ਜਿਵੇਂ ਰੱਬ ਸਾਨੂੰ ਮਾਇਆ, ਪਰਿਵਾਰ, ਜਾਇਦਾਦ ਦੇਈ ਜਾਂਦਾ ਨਾ, ਅਸੀਂ ਗੁਰੂ ਤੋਂ ਦੂਰ ਤੁਰੇ ਜਾਂਦੇ। 15 ਕੁ ਦਿਨ ਪਹਿਲਾਂ ਇੱਕ ਸਿੰਘ ਆਇਆ ਸੀ ਵਿਦੇਸ਼ੋਂ। ਉਹ ਕਹਿੰਦਾ ਬਾਬਾ ਜੀ 9 ਸਾਲਾਂ ਬਾਅਦ ਦਰਸ਼ਨ ਕੀਤੇ ਮਹਾਰਾਜ ਦੇ। 9 ਸਾਲਾਂ ਬਾਅਦ। ਕੰਮ 'ਚ ਹੀ ਇੰਨੇ ਬਿਜੀ ਹੈ। ਉੱਥੇ ਵੀ ਕਹਿੰਦੇ ਜਦੋਂ ਛੁੱਟੀ ਹੁੰਦੀ ਸੀ ਘਰਦਿਆਂ ਨੇ ਕਹਿਣਾ ਗੁਰਦੁਆਰੇ ਜਾਈਏ ਤੇ ਮੈਂ ਕਹਿਣਾ ਆਪਾਂ ਤੇ ਸੌਣਾ। ਆਖੋ ਸਤਿਨਾਮ। ਜਾਂ ਕਹਿੰਦੇ ਪੱਬ ਕਲੱਬ 'ਚ ਚੱਲ ਜਾਣਾ ਇੰਜੋਏ ਕਰਨ। ਤੇ ਕਹਿੰਦੇ ਸੱਚ ਬਾਬਾ ਜੀ ਦਰਸ਼ਨ 9 ਸਾਲਾਂ ਬਾਅਦ ਕੀਤੇ ਮਹਾਰਾਜ। ਸੋ ਇਸੇ ਤਰ੍ਹਾਂ ਫਕੀਰ ਕਹਿੰਦਾ ਵੀ ਹੁਣ ਸਾਡੇ ਬਜ਼ੁਰਗ ਸੀ ਗਰੀਬੀ, ਉਹਨਾਂ ਸਵੇਰੇ ਵੀ ਗੁਰਦੁਆਰੇ ਆਉਣਾ, ਕਈ ਵਾਰੀ ਹੋ ਸਕਦਾ ਬਲਦ ਬੰਨ੍ਹ ਕੇ ਦੁਪਹਿਰੇ ਵੀ ਪ੍ਰਸ਼ਾਦਾ ਛਕ ਜਾਣਾ, ਲੱਸੀ ਪੀ ਜਾਣੀ, ਸ਼ਾਮਾਂ ਨੂੰ ਵੀ ਆਉਣਾ। ਹੁਣ ਸਾਡੇ ਕੋਲ ਕਾਰੋਬਾਰ ਸੋਹਣੇ ਹੋ ਗਏ, ਅਸੀਂ ਦੂਰ ਹੋਈ ਜਾਂਦੇ। ਫਿਰ ਫਕੀਰ ਨਾ 25-24 ਸਾਲੀ ਕਹਿੰਦਾ ਵੀ ਓਏ ਤੂੰ ਜੰਗਲ ਹੀ ਛੱਡ ਗਿਆ। ਕਹਿੰਦਾ ਫਕੀਰਾ ਤੇਰਾ ਭਲਾ ਹੋਵੇ, ਅੱਜ ਤੂੰ ਮੈਨੂੰ ਮਿਲ ਪਿਆ, ਅੱਜ ਤੈਨੂੰ ਮੈਂ ਆਪਦੇ ਘਰ ਲਿਜਾਣਾ, ਤੇਰਾ ਭਲਾ ਹੋਵੇ, ਤੂੰ ਮੈਨੂੰ ਬੜਾ ਕੁਝ ਦਿੱਤਾ। ਘਰੇ ਲੈ ਕੇ ਗਿਆ ਤੇ ਬੜਾ ਵੱਡਾ ਮਹਿਲ, 50-60 ਬੰਦੇ ਖੜੋਤੇ ਨੌਕਰ, ਕਿਉਂਕਿ ਹੀਰਿਆਂ ਦੀ ਖਾਣ ਲੱਭ ਗਈ। ਬੜੇ ਬੜੇ ਵਪਾਰੀ ਆਉਂਦੇ ਦਿਹਾੜੀ 'ਚ, ਵੱਡੇ ਵੱਡੇ ਲੋਕ। ਤੇ ਫਕੀਰ ਕਹਿੰਦਾ ਇੱਥੇ ਖੜੋਤਾ ਜੀ। ਆਖੋ ਸਤਿਨਾਮ। ਆਪਾਂ ਸਾਰੇ ਇੱਥੇ ਜਾ ਕੇ ਆਪਣਾ ਐਂਡ ਹੋ ਜਾਂਦਾ ਬਸ। ਜਦੋਂ ਵੱਡਾ ਕਾਰੋਬਾਰ ਹੋ ਗਿਆ ਨਾ, 25-30 ਰੈਸਟੋਰੈਂਟ ਅਮਰੀਕਾ 'ਚ ਖੁੱਲ੍ਹ ਗਏ, ਕਨੇਡਾ 'ਚ ਖੁੱਲ੍ਹ ਗਏ ਮਾਲ, ਤੇ ਕਾਰੋਬਾਰ ਏਡਾ ਹੋ ਗਿਆ ਤੇ ਬੰਦਾ ਕਹਿੰਦਾ ਬਸ। ਫਕੀਰ ਨੂੰ ਉਹਨੇ ਜਲ ਪਾਣੀ ਛਕਾਇਆ। ਫਕੀਰ ਕਹਿੰਦਾ ਇੱਥੇ ਖੜੋ ਗਿਆ, ਅੱਗੇ? ਕਹਿੰਦਾ ਬਾਬਾ ਅੱਗੇ ਕੀ ਕਰਨਾ, ਹੁਣ ਨਹੀਂ ਅੱਗੇ ਜਾਣਾ, ਇਦੋਂ ਅੱਗੇ ਕੁਛ ਨਹੀਂ ਹੈਗਾ। ਫਕੀਰ ਤਾੜੀ ਮਾਰ ਕੇ ਹੱਸਿਆ, ਕਹਿੰਦਾ ਅੱਛਾ ਇਦੋਂ ਅੱਗੇ ਕੁਛ ਨਹੀਂ ਹੈਗਾ? ਕਹਿੰਦੇ ਇਦੋਂ ਅੱਗੇ ਕੁਛ ਨਹੀਂ ਹੈਗਾ, ਆ ਜੱਗ ਮਿੱਠਾ। ਫਕੀਰ ਕਹਿੰਦਾ ਇਦੋਂ ਅੱਗੇ ਮੈਂ ਆ। ਉਹ ਹੈਰਾਨ ਹੋ ਗਿਆ ਸ਼ਾਹੂਕਾਰ। ਕਹਿੰਦਾ ਤੂੰ ਵੀ, ਤੇਰੇ ਕੱਪੜੇ ਪਾਟੇ ਆ, ਦਾੜਾ ਤੇਰਾ ਝੋਲੀ 'ਚ ਪੈਂਦਾ, ਸਿਰ ਤੇਰਾ ਜੁੜਿਆ ਪਿਆ, ਕਦੇ ਵਾਇਆ ਨਹੀਂ ਹੋਣਾ ਤੂੰ। ਫਕੀਰ ਕਹਿੰਦਾ ਇਦੋਂ ਅੱਗੇ ਮੈਂ ਆ ਫਕੀਰੀ। ਜਦੋਂ ਫਕੀਰ ਨੇ ਸਿਰ ਤੇ ਹੱਥ ਰੱਖਿਆ ਨਾ, ਉਸ ਲੋਕ ਦੀ ਸੈਰ ਕਰਾਈ ਦਰਗਾਹ ਦੀ, ਉੱਥੇ ਸਾਰਾ ਸਿਸਟਮ ਵੇਖਿਆ ਤੇ ਤਰੇਲੀ ਪੈ ਗਈ। ਫਿਰ ਉਹਨੇ ਦਿਖਾਇਆ ਵਾਹਿਗੁਰੂ ਦਾ ਆਸਣ, ਜਿੱਥੇ ਸੋਦਰ ਆਉਂਦਾ ਨਾ ਜਪਜੀ ਸਾਹਿਬ ਦਾ ਤੇ ਸ਼ਾਮਾਂ ਨੂੰ,
ਪ੍ਰੇਮ ਨਾਲ ਪੜ੍ਹ ਕੇ ਸੋ ਦਰ ਵੇਖਿਓ। ਉੱਥੇ ਕੀ ਹੈ? ਸੋ ਦਰ ਤੇਰਾ ਕਿਹਾ ਸੋ ਘਰ ਜਿਤ ਬੈ। ਬਾਬੇ ਨਾਨਕ ਨੇ ਗਾਇਆ, ਇਹ ਕਹਿੰਦੇ ਕਿਹੋ ਜਿਹਾ ਤੇਰਾ ਦਰ ਤੇ ਘਰ ਜਿੱਥੇ ਬਹਿ ਕੇ ਸਾਰਿਆਂ ਨੂੰ ਸੰਭਾਲੀ ਫਿਰਦਾ। ਸਾਡੇ ਤੇ 5-6 ਜੀ ਘਰ ਦੇ ਉਹ ਨਹੀਂ ਸਹੂਤ ਆਉਂਦਾ ਤੇ ਵਾਹਿਗੁਰੂ ਤੂੰ ਕਿੱਥੇ ਬਹਿ ਕੇ ਇੰਨੀ ਸ੍ਰਿਸ਼ਟੀ ਸੰਭਾਲੀ ਹੋ। ਜਿਤ ਬੈ ਸਰਬ ਵਾਜੇ ਤੇਰੇ ਨਾਦ, ਅਨੇਕ ਅਸੰਖਾ ਕੀਤੇ ਤੇਰੇ। ਪਤਾ ਨਹੀਂ ਕਿੰਨੇ ਕੁ ਤੈਨੂੰ ਗਾਉਣ ਦੇ। ਗਾਵਣ ਤੁਧਨੋਂ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ, ਗਾਵੇ ਈਸ਼ਰ ਸੋਹਣ। ਇਹ ਉਹਦੇ ਘਰ ਦਾ ਨਕਸ਼ਾ ਖਿੱਚਿਆ ਗੁਰੂ ਨਾਨਕ ਸਾਹਿਬ ਨੇ ਪਰਮੇਸ਼ਰ ਦੇ, ਵੀ ਉਹਦੇ ਘਰ ਦਾ ਕਿੱਦਾਂ ਦਾ ਪ੍ਰੋਗਰਾਮ ਆ। ਇਸ ਕਰਕੇ ਫਕੀਰ ਨੇ ਯਾਤਰਾ ਕਰਾਈ। ਇਹਨੂੰ ਕਹਿੰਦੇ ਖੁੱਲ ਜਾ ਸਿਮ ਸਿਮ। ਉਹ ਪਹਾੜੀ ਦਾ ਨਾਂ ਸੀ। ਇਹਨੂੰ ਹਿਰਦੇ ਨੂੰ ਜਿੱਦਣ ਆਪਾਂ ਖੋਲ ਕੇ ਅੱਖਾਂ ਬੰਦ ਕੀਤੀਆਂ, ਇਹਦੇ ਵਿੱਚ ਖਜ਼ਾਨਾ ਹੀ ਆ। ਤਾਹੀਂ ਮਾਰੇ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਬੰਦੇ ਖੋਜ ਦਿਲ ਹਰ ਰੋਜ਼, ਬੰਦੇ ਖੋਜ ਦਿਲ ਹਰ ਰੋਜ਼, ਬੰਦੇ ਖੋਜ ਦਿਲ ਹਰ ਰੋਜ਼। ਨਾ ਫਿਰ ਪਰੇਸ਼ਾਨੀ ਮਾਹੇ, ਨਾ ਫਿਰ ਪਰੇਸ਼ਾਨੀ ਮਾਹੇ, ਨਾ ਫਿਰ ਪਰੇਸ਼ਾਨੀ ਮਾਹੇ, ਨਾ ਫਿਰ ਪਰੇਸ਼ਾਨੀ ਮਾਹੇ। ਭਾਗਾਂ ਵਾਲੇ ਇਸ ਕਰਕੇ ਖਜ਼ਾਨਾ ਇਹ ਕਿਤੇ ਖੁੱਲ ਗਿਆ ਤੇ ਫਿਰ ਦੁਨੀਆਦਾਰੀ ਵੱਲ ਧਿਆਨ ਪਾਸਿਆ। ਸੁਮਾਰੇ ਕਹਿੰਦੇ ਪ੍ਰਗਾਸ ਚਾਨਣ ਹੋ ਗਿਆ। ਮਨ ਮੇਰੇ ਹਰ ਹਰ ਨਿਰਮਲ ਧਿਆਏ। ਕਹਿੰਦੇ ਮੇਰੇ ਮਨਾ ਧਿਆਇਆ ਕਰ ਤੂੰ ਵੀ। ਹੌਲੀ ਹੌਲੀ ਬੱਚਾ ਸਿੱਖਦਾ ਵਾ, ਫਿਰ ਉਹ ਸਿੱਖ ਹੀ ਜਾਂਦਾ। ਕੋਈ ਵੀ ਬੰਦਾ ਹੈ, ਜਦੋਂ ਟਾਈਪਿਸਟ ਹੈ, ਪਹਿਲੇ ਦਿਨੋਂ ਸਿਹਾਰੀ ਲੱਭਦਾ, ਔਂਕੜ ਲੱਭਦਾ, ਅੱਖਰ ਲੱਭਦਾ। ਜਦੋਂ ਉਹਦਾ ਤਜਰਬਾ ਹੋ ਜਾਂਦਾ 7 ਕੁ ਸਾਲ, ਤੇ ਫਿਰ ਉਹ ਆਪੇ ਹੀ ਲਿਖੀ ਜਾਂਦਾ, ਮੂੰਹ ਤੁਹਾਡੇ ਲਈ ਵੇਖੀ ਜਾਂਦਾ, ਥੱਲੇ ਵੀ ਨਹੀਂ ਵੇਂਦਾ ਉਹ ਆਪਣੇ ਆਪ। ਮੈਂ ਇੱਕ ਵਾਰ ਲਿਖਾਉਣ ਗਿਆ ਕੋਈ ਚਿੱਠੀ, ਹੁਣ ਤੇ ਚਲੋ ਆਪਣੇ ਕੋਲ ਲੈਪਟਾਪ ਸਾਰਾ ਕੁਝ ਕੋਲੇ, ਪਹਿਲਾਂ ਕਚਹਿਰੀ 'ਚ ਤੇ ਉਹ ਪੁੱਛੀ ਜਾਵੇ ਤੇ ਇੱਦਾਂ ਟਿਕ 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 ਟਿਕ, ਤੇ ਮੈਂ ਉਹਨੂੰ ਕਿਹਾ ਮੈਂ ਥੱਲੇ ਨਹੀਂ ਵੇਂਦੇ ਤੁਸੀਂ ਵੀ ਜੇ ਸੱਸੇ ਦੀ ਥਾਂ ਤੇ ਨੰਨਾ ਪੈ ਜੇ ਫਿਰ। ਕਹਿੰਦੇ ਬਾਬਾ ਜੀ ਇਹ ਪੈ ਗਿਆ ਤੇ ਸਾਡੀ ਕਾਹਦੀ ਕਮਾਈ ਹੋਈ, ਇਹ ਕਿੱਦਾਂ ਪੈ ਜਾਊਗਾ। ਜਾਣੀ ਕੋਈ ਵੀ ਚੀਜ਼ ਬੰਦਾ ਕਰਦਾ ਉਹਦਾ ਅਭਿਆਸ ਹੋ ਜਾਂਦਾ। ਤੁਸੀਂ ਪਹਿਲੇ ਦਿਨ ਸਕੂਲ ਗਏ ਸੀ ਨਾ, ਤੇ ਕਿੱਥੇ ਊੜਾ ਆੜਾ ABC ਰੱਖਿਆ। ਫਿਰ ਪਹਿਲੇ ਤੇ ਆਪਣੀ ਤੇ ਪਹਿਲੀ ਆਂਗਣਵਾੜੀ ਤੋਂ ਪਹਿਲੀ ਸ਼ੁਰੂ ਹੁੰਦੀ ਆ। ਜਿਹੜੇ ਕਾਨਵੈਂਟ ਸਕੂਲ ਆ ਇਹਨਾਂ ਦੇ ਵਿੱਚ 4-5 ਸਾਲ ਤੇ ਉਹ ਪਹਿਲੀ ਤੋਂ ਪਹਿਲੀ ਜਿਹੜੀ ਹੈ ਉੱਚੀ ਲਵਾ ਦਿੰਦੇ ਆ ਬੱਚੇ ਪੜ੍ਹਾਉਣੇ ਨਾ ਆਪਾਂ, ਜਿਹਨੂੰ ਆਂਗਣਵਾੜੀ ਕਹਿੰਦੇ ਪੰਜਾਬੀ 'ਚ ਆਪਾਂ। ਤੇ ਆ ਜਿਹੜੇ ਅੰਗਰੇਜ਼ੀ ਸਕੂਲ ਆ ਨਾ 3-4 ਸਾਲ ਉੱਚ ਲਵਾਉਂਦੇ, ਤੇ ਉਹਨੇ 'ਚ ਆਪਾਂ +2 ਕਰ ਲਈ ਸੀ ਜਿਨ੍ਹਾਂ ਦੀ ਆਂਗਣਵਾੜੀ ਹੁੰਦੀ ਆ। ਕੋਈ ਸਤਨਾਮ ਕੁਝ ਤਰੱਕੀ ਵੀ ਹੋਈ ਆ, ਪਰ ਮੈਨੂੰ ਤੇ ਨੁਕਸਾਨ ਹੀ ਦਿਸਣ ਦਿਆ ਹੋਣਾ। ਕਿਉਂਕਿ ਚਲੋ ਆਪਾਂ ਪੜ੍ਹੇ ਪੁੜੇ ਇੰਨੇ ਨਹੀਂ, ਪਰ ਆਪਾਂ ਹੱਸ ਲਈਦਾ। ਆਪਣੇ 'ਚ ਸੱਤਿਆ ਹੈਗੀ ਵੀ 3-4 ਬੰਦੇ ਗਲ ਪੈ ਜਾਣ ਨਾ ਤੇ ਆਪਾਂ ਇਹਨਾਂ ਤੋਂ ਭੱਜ ਭੁੱਜ ਲਵਾਂਗੇ। ਪਰ ਆ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਨਾ, ਮੁੰਡੇ ਕੁੜੀਆਂ ਵੇਖੀਦੇ ਆ, ਤੇ ਉਹਨਾਂ ਦੀਆਂ ਇੰਨੀਆਂ ਲੱਤਾਂ ਬਾਹਾਂ, ਐਨਕ ਐਡੀ ਮੋਟੀ ਲੱਗੀ ਆ, ਤੇ ਐਂ ਝੂਲਦੇ ਫਿਰਦੇ ਇੱਦਾਂ। ਤੇ ਮੈਂ ਸੋਚਦਾ ਨਾ ਵੀ ਇਹ ਕੀ ਭਵਿੱਖ 'ਚ ਕਰਨਗੇ। ਜਿੰਨੇ ਚਿਰ ਨੂੰ ਵਿਆਹ ਹੋਣਾ, ਅਜੇ ਜ਼ਿੰਮੇਵਾਰੀਆਂ ਤਾਂ ਸ਼ੁਰੂ ਹੋਣੀਆਂ, ਅਜੇ ਤਾਂ ਪੜ੍ਹਾਈ ਆ। ਤੇ ਜਦੋਂ ਜਾ ਕੇ 17-18 ਘੰਟੇ ਕੰਮ ਵੀ ਕਰਨਾ, ਤੇ ਬੱਚੇ ਵੀ ਪਾਲਣੇ। ਤੇ ਪਹਿਲਿਆਂ ਕੁਝ ਦਾਦੀ ਦਾਦੇ ਚੰਗੇ ਤਗੜੇ ਹੁੰਦੇ ਸੀ, ਉਹ ਸਾਂਭ ਲੈਂਦੇ ਸੀ। ਤੇ ਹੁਣ ਤੇ ਦਾਦੀ ਦਾਦੇ ਦਾ ਟਾਈਮ ਹੀ ਨਹੀਂ ਇੰਨਾ, ਕਿਉਂਕਿ 50-60 ਸਾਲ ਤੇ ਮੌਤ ਹੋ ਜਾਂਦੀ ਜੀ, ਇੰਨੀ ਕੁ ਉਮਰ ਰਹਿ ਗਈ। ਤੇ ਪਹਿਲੇ ਹੁੰਦੇ ਸੀ 90 ਸਾਲ 120 ਸਾਲ ਦਾਦੀਆਂ ਦਾਦੇ, ਕਈਆਂ ਦੇ ਅਜੇ ਬੈਠੇ ਆ। ਪਰ ਜਿਹੜਾ ਹੁਣ ਮਾਹੌਲ ਚੱਲ ਰਿਹਾ, ਜ਼ਹਿਰ ਆ ਖਾਣਾ ਪੀਣਾ, ਮਸਾਂ ਹੀ ਆ 60 ਸਾਲ। ਅਜੇ ਕਈ ਬੱਚੇ ਵਿਚਾਰੇ ਵਿਆਹੁਣ ਵਾਲੇ ਹੁੰਦੇ, ਮਾਂ ਪਿਓ ਪਹਿਲਾਂ ਹੀ ਚੱਲ ਵਸਦਾ। ਬਹੁਤ ਖਤਰੇ 'ਚ ਆ ਭਵਿੱਖ ਜੀ, ਡੂੰਘਾ ਸੋਚੀਏ। ਪਰ ਆਪਾਂ ਕਹਿੰਦੇ ਆਪਾਂ ਨੂੰ ਕੀ, ਚੱਲ ਖਾਓ ਪੀਓ, ਬਾਬਾ ਤੇ ਐਵੇਂ ਕਹੀ ਜਾਂਦਾ। ਇਹ ਸੱਚਾਈ ਹੈ ਕੌੜੀ ਵੀ ਅਸੀਂ ਕੁਝ ਪਾਉਣ ਵਾਸਤੇ ਬਹੁਤ ਕੁਝ ਗਵਾ ਦਿੱਤਾ। ਆਖੋ ਸਤਿਨਾਮ। ਸੁਮਾਰੇ ਕਿਰਪਾ ਕਰਨ, ਦਇਆ ਕਰਨ, ਜਿਹੋ ਜਿਹਾ ਉਹਦਾ ਹੁਕਮ ਆ, ਉਹਦੇ ਹੁਕਮ ਤੋਂ ਬਾਹਰ ਨਹੀਂ, ਉਹਦੀ ਖੇਡ ਹੈ। ਗੁਰਮਸਤਕ ਜਿਨ ਕੋ ਲਿਖਿਆ, ਸੇ ਗੁਰਮੁਖ ਰਹੇ ਲਿਵ ਲਾਏ। ਕਹਿੰਦੇ ਜਿਨ੍ਹਾਂ ਦੇ ਮੱਥੇ ਤੇ
ਧੁਰੋਂ ਅੱਖਰ ਪੈ ਗਿਆ ਨਾ, ਉਹਨਾਂ ਦੀ ਲਿਵ ਲੱਗਣੀ ਆ। ਆਖੋ ਵਾਹਿਗੁਰੂ। ਜੇ ਹਾਰੀ ਸਾਰੀ ਬੰਦਾ ਕਵੇ ਨਾ, ਗੱਲ ਚੱਲਦੀ ਸੀ ਵਿਦਿਆ ਪੜ੍ਹਾਈ ਦੀ, ਗੁਰਮਤਿ ਦੀ ਪੜ੍ਹਾਈ। ਆਪਾਂ ਹੁਣ ਪਹਿਲੇ ਦਿਨ ਪੜ੍ਹਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਬੰਦਾ ਕਹਿੰਦਾ ਬਾਬਾ ਜੀ ਕੀ ਹੈ ਵਾਹਿਗੁਰੂ? ਮੈਂ ਕਿਹਾ ਕਿਉਂ, ਮਤਲਬ ਕੀ? ਕਹਿੰਦੇ ਮੈਨੂੰ ਤੇ ਕੋਈ ਫਰਕ ਨਹੀਂ ਪੈਂਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਜੇ ਪਹਿਲੇ ਦਿਨ ਲੱਗਾ। ਜੇ ਬੱਚਾ ਪਹਿਲੇ ਦਿਨ ਸਕੂਲ ਜਾਂਦਾ, ਰੋ ਕੇ ਜਾਂਦਾ, ਉਹ ਪਹਿਲੇ 3-4 ਸਾਲ ਤੇ ਰੋਣੇ ਧੋਣੇ 'ਚ ਜਾ ਕੇ ਦੂਜੀ ਤੀਜੀ 'ਚ ਗੱਲ ਜੀ ਬਣ ਲੱਗਦੀ ਹੈ, ਫਿਰ ਜਾ ਕੇ ਕਿਤੇ PhD ਹੋਣੀ। ਬਾਕੀ ਕੰਮਾਂ ਨੂੰ ਸਿੱਖ ਲੈਂਦਾ ਹੌਲੀ ਹੌਲੀ। ਆਇਲਟਸ ਦਾ ਪੇਪਰ 4-5 ਵਾਰੀ ਦਿੱਤਾ, ਗੱਲ ਬਣੀ ਗਈ। ਪਰ ਜਦੋਂ ਗੁਰੂ ਦੀ ਗੱਲ ਆਉਂਦੀ ਨਾ, ਕਹਿੰਦੇ ਬਾਬਾ ਜੀ ਮੈਨੂੰ ਰਸ ਨਹੀਂ ਆਇਆ, ਇਸ ਕਰਕੇ ਮੈਂ ਨਾ ਮੱਥਾ ਟੇਕਣਾ ਹੀ ਛੱਡਦਾ, ਕਿਉਂਕਿ ਇਹ 'ਚ ਦੁਨਿਆਵੀ ਚੀਜ਼ਾਂ ਨਹੀਂ ਦਿਸ ਰਹੀਆਂ। ਹਰ ਬੰਦੇ ਨੂੰ ਤੁਹਾਨੂੰ ਕਹੀਏ ਨਾ ਵੀ ਆਪਾਂ 20 ਮਿੰਟ ਨਾਮ ਜਪਣਾ, ਤੇ ਅੱਧਿਆਂ ਨੇ ਉੱਠ ਕੇ ਚੱਲ ਜਾਣਾ ਆਪੋ ਸਤਿਨਾਮ। ਉਹਨਾਂ ਕਹਿਣਾ ਵੀ ਬਾਬਾ ਕੋਈ ਗੱਲਬਾਤ ਸੁਣਾਉਣੀ ਤੇ ਸੁਣਾ ਦੇ, ਨਾਮ ਕੀ ਹੁੰਦਾ ਵਾ, ਇਹਦੇ ਨਾਲ ਕੀ ਮਿਲਦਾ ਵਾ? ਇਹ ਸੱਚਾਈ ਆ, ਕੰਨਾਂ ਦਾ ਚਸਕਾ ਹੋ ਗਿਆ। ਪਰ ਜਿੱਦਣ ਤੇਰੀ ਕਲਾਸ ਲੱਗਦੀ PhD ਹੋ ਗਈ ਨਾ, ਫਿਰ ਤੈਨੂੰ ਪਤਾ ਲੱਗਣਾ ਵੀ ਨਾਮ ਕੀ ਹੈ। ਬਹੁਤੀਆਂ ਸੰਗਤਾਂ ਇਹੋ ਹੀ ਸਵਾਲ ਕਰਨ, ਬਾਬਾ ਜੀ ਪਾਠ ਕਰਦੇ ਆ ਪਰ ਗੱਲ ਨਹੀਂ ਕੋਈ ਬਣਦੀ ਦੀਦੀ। ਮੈਂ ਕਿਹਾ ਕਿਹੜੀ ਗੱਲ ਬਣਾਉਣੀ? ਕਹਿੰਦੇ ਉਹ ਜਿਹੜੀ ਭਾਵਨਾ ਨਾਲ ਪਾਠ ਸਿੱਖਿਆ ਉਹ ਮਿਲਿਆ ਨਹੀਂ। ਜਿੱਦਾਂ ਤੁਸੀਂ ਕਹਿੰਦੇ ਜਪੋ, ਇੱਦਾਂ ਮੈਨੂੰ ਤੇ ਅੱਖਾਂ ਬੰਦ ਕੀਤੀਆਂ, ਹਨੇਰਾ ਹੀ ਦੀਦਾ, ਮੈਨੂੰ ਤੇ ਚਾਨਣ ਦੀਦਾ ਹੀ ਨਹੀਂ। ਉਹ ਤਾਂ ਪਹਿਲੀ ਕਲਾਸ ਵਾਲਿਆ, ਤੈਨੂੰ ਕਿੱਥੋਂ ਹੋਣੇ ਸਭ ਕੁਝ ਆ ਜੇ? ਇਹ ਤਾਂ ਲਾਉਣੇ ਪੈਣੇ। 14-15 ਸਾਲ ਤਾਂ ਬੱਚੇ ਨੂੰ ਵੀ ਲੱਗਦੇ ਸਟੱਡੀ ਲਈ, ਤੇ ਤੂੰ ਆ ਜੇ 5 ਦਿਨ ਨਾਮ ਜਪਿਆ ਤੇ 6ਵੇਂ ਦਿਨ ਕਿੰਨਾ ਰਿਜ਼ਲਟ ਆ ਜੇ? ਨਹੀਂ ਭਾਈ, ਕੋਈ ਵੀ ਬੂਟਾ, ਹੁਣ ਤੁਸੀਂ ਅੰਬ ਲੈ ਲਓ ਨਰਸਰੀ 'ਚ, ਘਰੇ ਅੰਬ ਦਾ ਬੂਟਾ ਲਾ ਲਓ ਤੇ 3 ਸਾਲਾਂ ਬਾਅਦ ਉਹਨੂੰ ਅੰਬ ਲੱਗਣੇ। ਜੇ ਆਖੋ ਅੱਜ ਬੂਟਾ ਲਾਇਆ ਸਵੇਰੇ ਅੰਬ ਖਾਣੇ ਆ, ਤੇ ਫਿਰ ਤੇ ਗਲਤ ਫਹਿਮੀ ਆ ਨਾ। ਇਸੇ ਤਰ੍ਹਾਂ ਆਮ ਸੰਗਤਾਂ ਜਿਹੜੀਆਂ ਨਾਮ ਤੋਂ ਭੱਜ ਜਾਂਦੀਆਂ, ਉਹ 10-15 ਦਿਨ ਕੱਢਦੇ ਆ। ਜੇ ਕੋਈ ਮਹਾਂਪੁਰਖ ਸਾਧੂ ਕਹਿੰਦਾ ਵੀ ਇੱਦਾਂ ਜਪੋ, ਕਹਿੰਦੇ ਐਵੇਂ ਝੂਠ ਮਾਰਦੇ, ਸਾਨੂੰ ਤੇ ਕੋਈ ਦੀਦਾ ਨਹੀਂ। ਬਾਬਾ ਦੀਪ ਸਿੰਘ ਸਾਹਿਬ ਜੀ ਨੇ 80 ਸਾਲ ਸਟੱਡੀ ਕੀਤੀ ਗੁਰੂ ਗੋਬਿੰਦ ਸਿੰਘ ਦੇ ਘਰ ਦੀ। 80 ਸਾਲ ਸਟੱਡੀ ਤੋਂ ਬਾਅਦ ਦੱਸਤਾ ਦੁਨੀਆ ਨੂੰ ਵੀ ਤੁਹਾਡਾ ਬੱਚਾ 18 ਸਾਲ ਸਟੱਡੀ ਕਰਕੇ ਪਾਇਲਟ ਬਣ ਗਿਆ। 300 ਬੰਦਾ ਲੋਹੇ ਦੇ ਜਹਾਜ਼ ਵਿੱਚ ਬਿਠਾ ਕੇ ਹਵਾ 'ਚ ਉਡਾਉਂਦੇ ਆਏ। ਮੈਂ 75 ਸਾਲ ਗੁਰੂ ਗੋਬਿੰਦ ਸਿੰਘ ਦੇ ਘਰ ਦੀ PhD ਕੀਤੀ। ਮੈਨੂੰ ਵੀ ਮਾਣ ਹੈ, ਮੇਰਾ ਸਿਰ ਤਲੀ ਦੇ ਉੱਤੇ ਤੇ ਖੰਡਾ ਵਾਹੁਣ ਲਿਆ। ਭਾਗਾਂ ਵਾਲਿਓ, ਇਹ ਪੜ੍ਹਾਈ ਬੜੀ ਔਖੀ, ਕਰਦਾ ਕੋਈ ਨਹੀਂ ਆ, ਤੇ ਜਿਹੜੇ ਕਰਦੇ ਉਹਨਾਂ ਤੇ ਤਰਕ ਕੀਤੀ ਜਾਂਦੀ ਹੈ। ਕਹਿੰਦੇ ਜੀ ਇੱਦਾਂ ਕਿੱਦਾਂ ਹੋ ਜੂ, ਬੰਦੇ ਦਾ ਸਿਰ ਲੈ ਜੇ ਬੰਦਾ ਤੁਰ ਜੂ। 35-30 ਸਾਲ ਸਟੱਡੀ ਕੀਤੀ। ਭਾਈ ਤਾਰੂ ਸਿੰਘ ਸਾਹਿਬ ਨੇ ਚੜ੍ਹਦੀ ਜਵਾਨੀ ਸੀ, ਬਚਪਨ ਤੋਂ ਜੁੜ ਗਿਆ ਸੀ ਗੁਰੂ ਦਾ ਅਭਿਆਸ ਕਰਨ, ਨਾਮ ਜਪਣਾ, ਨਿਤਨੇਮ ਕਰਨਾ, ਕਿਰਤ ਕਰਨੀ। ਤੇ ਜਦੋਂ ਖੋਪਰੀ ਲੱਥੀ ਨਾ, ਇੱਥੇ ਮਾਰੀ ਤੇ ਸੀ ਅੱਧਾ ਸਿਰ ਵੜਦਾ। ਏਦਾਂ ਉੱਤੋਂ ਹੀ ਕੇਸਾਂ ਦੇ ਖੋਪਰੀ ਲਾ ਦੀ, ਤੇ 21 ਦਿਨ ਪਾਠ ਕਰਦੇ ਰਹੇ ਭਾਈ ਸਾਹਿਬ। ਤੇ ਅੱਜ ਦਾ ਜਵਾਕ ਕਹਿੰਦਾ ਜੀ ਬਾਬਾ ਜੀ ਬੰਦੇ ਦਾ ਸਿਰ ਵੜ ਦਈਏ ਤੇ ਉਹ ਤੇ ਜਿਉਂਦਾ ਨਹੀਂ ਰਹਿੰਦਾ, ਮਰ ਜਾਂਦਾ। ਤੇ ਭਾਈ ਤਾਰੂ ਸਿੰਘ ਕਿੱਦਾਂ ਬੈਠੇ ਰਹੇ? ਗੱਲ ਤੇ ਫਿਰ ਇੱਦਾਂ ਹੀ ਹੈ ਨਾ। ਹੁਣ ਮੈਨੂੰ ਆਉਂਦਾ ਕੁਝ ਨਹੀਂ। ਜਿਹੜੇ ਬੱਚੇ ਨੇ ਇੰਗਲਿਸ਼ ਕਾਨਵੈਂਟ ਸਕੂਲ ਵਿੱਚ +2 ਕੀਤੀ, ਪਾਣੀ ਨੂੰ ਅੰਗਰੇਜ਼ੀ ਪੜ੍ਹੂ, ਉਹ ਤੇ ਗੋਰਿਆਂ ਨੂੰ ਨਹੀਂ ਵਾਰੇ ਆਉਣ ਦਿਓ। ਤੇ ਮੇਰੇ ਵਰਗੇ ਨੂੰ ਗੋਰਾ ਕੁਝ ਪੁੱਛੂ ਤੇ ਮੈਂ ਕਹਿਣਾ ਵੀ ਮੈਨੂੰ ਨਹੀਂ ਪਤਾ। ਸਹੀ ਆ। ਫਿਰ ਜਿਹਨੂੰ ਨਹੀਂ ਆਉਂਦਾ, ਤੇ ਜੇ ਹੁਣ ਮੈਂ ਕਹਾਂ ਵੀ ਇਹ ਵੀ ਗਲਤ ਆ, ਇਹ ਤਾਂ ਹੋ ਨਹੀਂ ਸਕਦਾ। 2 ਬੰਦੇ ਇਕੱਠੇ ਆ, ਇੱਕ ਨੂੰ ਸਵਾਲ ਕੀਤਾ ਗੋਰੇ ਨੇ, ਉਹ ਕਹਿੰਦਾ ਮੈਨੂੰ ਨਹੀਂ ਪਤਾ, ਦੂਜੇ ਨੂੰ ਆਉਂਦਾ ਸੀ, ਉਹਨੇ ਫਟਾਫਟ ਉਹਦੇ ਜਵਾਬ ਸਵਾਲ ਵੈਰੀ ਨਾਈਸ, ਓਕੇ ਆ। ਤੇ ਜਿਹੜਾ ਮੇਰੇ ਵਰਗਾ ਲੱਗ ਗਿਆ, ਉਹ ਕਹਿੰਦਾ ਵੀ ਨਾ ਇਹਦਾ ਪਤਾ ਲੱਗਦਾ ਇਹ ਕੀ ਕਹਿੰਦਾ ਤੇ ਉਹ ਕੀ ਕਹਿੰਦਾ, ਜਦੋਂ ਆਉਂਦਾ ਹੀ ਨਹੀਂ। ਹੁਣ ਸਾਨੂੰ ਗੁਰਮਤਿ ਦੀ ਪੜ੍ਹਾਈ ਆਉਂਦੀ ਨਹੀਂ ਆ, ਨਾ ਸਾਡੇ ਕੋਲ ਨਿਤਨੇਮ ਆ, ਨਾ ਭਗਤੀ, ਨਾ ਸੇਵਾ। ਅਸੀਂ ਇਹੋ ਹੀ ਕਵਾਂਗੇ ਜੀ ਭਾਈ ਮਣੀ ਸਿੰਘ ਦਾ ਬੰਦ ਕੱਟਿਆ ਜੀ 3 ਟੋਕਰੇ ਦੇ ਵਿੱਚੋਂ ਕਿੱਦਾਂ ਬਾਣੀ ਦੀ ਆਵਾਜ਼ ਆ। ਤੂੰ ਕਹਿਣਾ ਹੀ ਆ। ਜਿਹੜੇ ਬੰਦੇ ਕੋਲ ਜਿਹੜੀ ਚੀਜ਼ ਨਹੀਂ, ਹੁਣ ਪਾਇਲਟ ਹੈ, ਪਾਇਲਟ ਨੂੰ ਤੁਸੀਂ ਜਾ ਕੇ ਕਹਿ ਸਕਦੇ ਵੀ ਤੂੰ 2 ਮਿੰਟ ਆਪਣੇ ਕੱਪੜੇ ਮੈਨੂੰ ਦੇ ਦੇ, ਮੈਂ ਚਲਾਉਣਾ? ਬੋਲੋ। ਜੇ ਮੰਨ ਲਓ ਉੱਧਰੋਂ ਆਪਰੇਸ਼ਨ ਕਰਨ ਲੱਗੇ ਪਥਰੀ ਦਾ, ਤੇ ਡਾਕਟਰ ਨੂੰ ਜਾ ਕੇ ਕਹਿ ਦੇ ਵੀ 2 ਮਿੰਟ ਪਾਸੇ ਹੋ, ਅੱਜ ਮੈਂ ਆਪਰੇਸ਼ਨ ਕਰਨਾ, ਤੇ ਮੇਰੇ ਹਿਸਾਬ ਨਾਲ ਤਾਂ ਨਹੀਂ ਤੁਹਾਡਾ ਆਪਰੇਸ਼ਨ ਕੀਤਾ ਹੋਇਆ ਬੰਦਾ ਬਣ ਜੇ। ਕਿਸੇ ਦੀ ਲੱਤ ਟੁੱਟੀ ਹੋਵੇ ਤੇ ਮੇਰੇ ਵਰਗਾ ਕਹੇ ਤੂੰ ਡਾਕਟਰ ਜ਼ਿਆਦਾ ਜਾਂ ਪਰੇ ਉਹ ਮੈਨੂੰ ਫੜਾ ਪੱਟੀਆਂ ਕੈਂਚੀਆਂ ਤੇ ਮੈਂ ਗੰਢ ਪਾਉਣਾ, ਗੰਢ ਤੇ ਕੀ ਪਾਉਣਾ, ਸਾਰੀ ਦੀ ਡੰਡ ਲਾ ਦੂ। ਆਪਕੋ ਸਤਨਾਮ।
ਇਸ ਕਰਕੇ ਉਦਾਹਰਨਾਂ ਦਿੱਤੀਆਂ ਸਾਧ ਸੰਗਤ ਜੀ, ਜਿਹਨੇ ਜਿਹੜੀ ਸਟੱਡੀ ਕੀਤੀ ਉਹਨੂੰ ਆਪਣੇ ਕੰਮ ਦਾ। ਹੁਣ ਮੰਨ ਲਓ ਇੰਨੇ ਪੇਟ ਦੇ ਵਿੱਚੋਂ ਕਈ ਵਾਰੀ ਓਪਰੇਟ ਦੇ ਨਾਲ ਬੇਬੀ ਹੁੰਦਾ, ਤੇ ਕਿਹੜੇ ਹਿਸਾਬ ਨਾਲ ਡਾਕਟਰ ਚੁੱਕਦੇ ਆ, ਤੇ ਜੇ ਅਣਜਾਣ ਬੰਦਾ ਉੱਥੇ ਫੇਰਦੇ ਕੈਂਚੀ ਤੇ ਨਾੜ ਇੱਕ ਵੀ ਵੱਧ ਘੱਟ ਕੱਟੀ ਗਈ ਤੇ ਮੌਤ ਹੋ ਜਾਂਦੀ, ਜ਼ਹਿਰ ਫੈਲ ਜਾਂਦਾ। ਇਹ ਦੁਨਿਆਵੀ ਸਟੱਡੀ ਹੈ। ਇਸੇ ਕਰਕੇ ਰੱਬ ਦੇ ਪਿਆਰਿਆਂ ਦੀ ਗੱਲ, ਰੱਬ ਦੇ ਪਿਆਰੇ ਮਹਾਰਾਜ ਨੇ ਸੁਖਮਨੀ ਸਾਹਿਬ ਨੇ ਕਹਿਤਾ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਉਹੋ ਹੀ ਜਾਣ ਸਕਦਾ ਵਾ, ਅਸੀਂ ਨਹੀਂ ਕੁਝ ਕਹਿ ਸਕਦੇ। ਹੁਣ ਬਹੁਤਿਆਂ ਨੂੰ ਤੰਗੀ ਆਉਂਦੀ, ਕਹਿੰਦੇ ਬਾਬੇ ਨਾਨਕ ਨੇ ਪੱਥਰ ਕਿੱਦਾਂ ਰੋਕਤਾ ਦੂਰੋਂ ਹੈ। ਬਾਬਾ ਰੱਬ ਸੀ, ਅਣਕ ਕਲਾ ਲੈ ਕੇ ਆਇਆ ਸੀ, ਤੂੰ ਕਾਹਤੋਂ ਤੰਗੀ ਹੋਣ ਦਿਆ ਏ। ਕਹਿੰਦੇ ਬਾਬੇ ਨੇ ਰੀਠੇ ਕਿੱਦਾਂ ਮਿੱਠੇ ਕਰਤੇ। ਹਾਂਜੀ, ਬਾਬੇ ਨੇ ਇਹ ਜਿਹਦੇ ਆਪਣੀ ਖੜਾਂ ਮਾਰੀ ਤੇ ਥੱਲਿਓਂ ਪਾਣੀ ਕਿੱਦਾਂ ਨਿਕਲਿਆ, ਉਹ ਤਾਂ ਰੱਬ ਸੀ, ਉਹ ਨਿਰੰਕਾਰ ਸੀ। ਸੋ ਹੁਣ ਕਲਾ ਦਾ ਯੁੱਗ ਹੈ, ਕਲ ਯੁੱਗ। ਹੁਣ ਵੇਖੋ ਕਿੰਨੀ ਟੈਕਨੋਲੋਜੀ ਵੱਧ ਗਈ ਹੈ। ਤੁਹਾਨੂੰ ਮਸ਼ੀਨ ਦੇ ਨਾਲ ਇੱਦਾਂ ਲਾਉਂਦੇ ਆ, 5 ਮਿੰਟ ਬਾਅਦ ਤੁਹਾਡੀ ਸਕੈਨਿੰਗ ਬਾਹਰ ਆ ਜਾਂਦੀ ਵੀ ਤੁਹਾਡੇ ਅੰਦਰ ਕੀ ਹੈ। ਇਹ ਕਲਾ ਦਾ ਯੁੱਗ ਹੈ। ਤੇ ਗੁਰੂ ਨਾਨਕ ਕੋਲ ਉਹ ਕਲਾ ਸੀ, ਖੜੇ ਖੜੋਤੇ ਬੰਦੇ ਨੂੰ ਵੇਖ ਕੇ ਮਹਾਰਾਜ ਕਹਿੰਦੇ ਤੇਰੇ ਅੰਦਰ ਕੀ ਆ। ਆਖੋ ਸਤਿਨਾਮ। ਉਹਨਾਂ ਦੀ ਆਪਣੀ ਕਲਾ ਸੀ। ਹੁਣ ਮਸ਼ੀਨੀ ਕਲਾ, ਇਹ ਮਸ਼ੀਨਾਂ ਵਾਲੇ ਦੂਜੇ ਨੂੰ ਮੰਨਣ ਨੂੰ ਤਿਆਰ। ਮਸਕੀਨ ਸਾਹਿਬ ਦੇ ਨਾਲ ਇੱਕ ਸਾਇੰਸਿਸਟ ਸੀ ਨਾ, ਉਹਨੇ ਇਹ ਕਿਹਾ ਸੀ, ਕਹਿੰਦਾ ਮੈਂ ਨਹੀਂ ਮੰਨਦਾ ਰੱਬ ਹੈਗਾ, ਗੁਰਦੁਆਰਾ ਹੈਗਾ, ਬਾਣੀ ਕੁਝ ਹੈਗੀ। ਕਹਿੰਦਾ ਮੈਂ ਨਾਸਤਿਕ ਸੀ। ਕਹਿੰਦੇ ਜਦੋਂ ਮੈਨੂੰ ਕੈਂਸਰ ਹੋ ਗਿਆ ਤੇ ਡਾਕਟਰਾਂ ਨੇ ਖੁਦ ਆਪ ਸੀ, ਕਹਿੰਦੇ ਬਸ 10-15 ਦਿਨ ਕੱਢੂਗਾ, ਇਹਨੂੰ ਲੈ ਜਾਓ। ਕਹਿੰਦੇ ਮੈਂ ਮੰਜੀ ਤੇ ਸਾਰੇ ਪਤਾ ਲੈਣ ਆਉਂਦਾ। ਕਹਿੰਦੇ ਮੇਰੀ ਸਾਲੀ ਦੀ ਬੇਟੀ ਸੀ ਛੋਟੀ ਜੀ, ਬਾਣੀ ਬੜੀ ਪੜ੍ਹਦੀ ਸੀ, ਤੇ ਮੈਨੂੰ ਕਹਿੰਦੀ ਅੱਬੂ ਵੀ ਤੁਸੀਂ ਮਰਦੇ ਜਾਣਾ ਹੀ ਹੈ, ਇੱਕ ਵਾਰੀ ਮੇਰੇ ਆਖੇ ਲੱਗ ਜਾਓ ਪਲੀਜ਼, ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਦੀ। ਚਲੋ ਬੱਚੇ ਪਿਆਰੇ ਲੱਗਦੇ। ਕਹਿੰਦੇ ਦੱਸ ਫਿਰ ਕੀ। ਕਹਿੰਦੇ ਇੱਕ ਵਾਰੀ ਤੁਹਾਨੂੰ ਹਰਿਮੰਦਰ ਸਾਹਿਬ ਲਿਜਾਣਾ। ਪਹਿਲਾਂ ਤੇ ਉਹਨੇ ਆਖਿਆ ਕਿਹੜਾ ਹਰਿਮੰਦਰ, ਕੀ ਉੱਥੇ ਐਵੇਂ ਪਖੰਡ ਹੈ, ਗੋਲਕਾਂ ਰੱਖੀਆਂ ਵਾ, ਖਾਈ ਜਾਂਦੇ ਬਾਬੇ ਫਲਾਣ, ਬੜਾ ਕੁਝ ਬੋਲਿਆ। ਉਹ ਕਹਿੰਦੀ ਚੱਲ ਤੂੰ ਮਰ ਜਾਣਾ, ਜਿੱਦ ਛੱਡ ਦੇ, ਇੱਕ ਵਾਰੀ ਮੇਰੇ ਪਿਆਰ ਦੀ ਖਾਤਰ ਹੀ ਚੱਲ ਜਾ। ਕਹਿੰਦਾ ਚਲੋ ਲੈ ਚਲੋ। ਉੱਥੇ ਉਹਨਾਂ ਨੇ ਖੰਡ ਜਾਪ ਆਰੰਭ ਕਰਾਇਆ, ਤੇ ਉਹਨੂੰ ਫੜ ਕੇ 5-7 ਨੇ ਲੱਤਾਂ ਬਾਹਾਂ ਤੋਂ ਤੇ ਉਸ ਕਮਰੇ 'ਚ ਪਾਤਾ। ਉਹ ਫੇਰ ਵੀ ਨਹੀਂ ਟਲਿਆ। ਕਹਿੰਦਾ ਮੈਨੂੰ ਕਿੱਥੇ ਲੈ ਆਏ ਆ ਸਾਹਮਣੇ ਕਿਤਾਬ ਜੀ ਰੱਖੀ ਆ, ਬਾਬਾ ਇੱਕ ਬੈਠਾ ਠੱਗ ਜਿਹਾ ਇੱਥੇ। ਉਹ ਜਦੋਂ ਬੰਦਾ ਨਾਸਤਿਕ ਹੋ ਜਾਂਦਾ ਨਾ, ਉਹ ਵਿਰੋਧ ਕਰਦਾ। ਉਹ ਕਹਿੰਦਾ ਇੱਥੇ ਕੀ ਆ, ਪਾਣੀ ਦੇ ਵਿੱਚ ਤੁਸੀਂ ਲੋਕੀ ਨਹਾਈ ਜਾਂਦੇ ਦੇਹ ਧਰੇ ਦੀ। ਤੇ ਉਹ ਭਾਵਨਾ ਵਾਲੇ ਸੀ, ਉਹਨਾਂ ਆਖਿਆ ਹੇ ਗੁਰੂ ਰਾਮਦਾਸ, ਇਹ ਬੱਚਾ ਵਾ, ਇਹ ਬੇਸਮਝ ਆ, ਇਹਨੂੰ ਮਾਫ ਕਰਦੀ। ਪਤਤ ਉਦਾਹਰਨ ਸਤਿਗੁਰ ਮੇਰਾ ਮੋਏ ਤਿਸਕਾ। ਇਹ ਉਹਦੀ ਜ਼ੁਬਾਨੀ ਸੀ। ਕਹਿੰਦੇ ਫਿਰ ਕੀ ਹੋਇਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਜੋਤ ਆਈ। ਇਹ ਰਿਕਾਰਡਿੰਗ ਹੋਈ ਪਈ ਕਥਾ। ਸੁਖਮਨੀ ਸਾਹਿਬ ਦੀ ਬਾਣੀ ਚੱਲਦੀ, ਸੁਖਮਨੀ ਸਾਹਿਬ ਦੀ ਬਾਣੀ ਜਦੋਂ ਚੱਲੀ ਨਾ 262 ਅੰਗ ਸ਼ਾਮਾਂ ਦੇ ਵੇਲੇ ਚੱਲਦੀ 6:30-7। ਕਹਿੰਦੇ ਇੱਕ ਜੋਤ ਨੂਰੀ ਉੱਠੀ ਮੇਰੇ ਵੇਂਦਿਆਂ ਵੇਂਦਿਆਂ, ਉਹ ਮੇਰੀ ਛਾਤੀ ਦੇ ਵਿੱਚ ਪ੍ਰਵੇਸ਼ ਕਰ ਗਈ। ਤੇ ਮੈਨੂੰ ਇੱਦਾਂ ਮਹਿਸੂਸ ਹੋਇਆ ਵੀ ਜਿਵੇਂ ਮੇਰੇ 'ਚ ਐਨਰਜੀ ਆਈ। ਤੇ ਮੈਂ ਕਿਹਾ ਮੈਨੂੰ ਬਿਠਾ ਦਿਓ। ਉਹ ਕਹਿੰਦੇ ਡਾਕਟਰਾਂ ਕਿਹਾ ਦੀ ਰੀੜ੍ਹ ਦੀ ਹੱਡੀ ਇੰਨੀ ਕੁ ਗਲ ਗਈ ਜਿੱਦਾਂ ਲੱਕੜ ਨੂੰ ਖਾ ਜਾਂਦਾ ਨਾ ਘੁਣ, ਕੈਂਸਰ ਉਹਨੂੰ ਕਹਿੰਦੇ, ਜਿਹੜੀ ਸਾਰਾ ਅੰਦਰ ਖਤਮ ਕਰ ਦਿੰਦੀ। ਕਹਿੰਦੇ ਵੀ ਇਹਨੂੰ ਨਾ ਬਿਠਾਇਓ, ਰੀੜ੍ਹ ਦੀ ਹੱਡੀ ਦਾ ਪਟਾਕਾ ਪੈ ਜਾਣਾ। ਕਹਿੰਦੇ ਮੈਂ ਜਿੱਦ ਕੀਤੀ, ਪੈਂਦਾ ਪੈਣ ਦਿਓ, ਮੇਰਾ ਜੀ ਕਰਦਾ ਬਹਿਣ ਨੂੰ। ਕਹਿੰਦੇ ਮੈਂ ਬਹਿ ਗਿਆ। ਜਦੋਂ ਮੈਂ 2-3 ਘੰਟੇ ਬੈਠਾ ਰਿਹਾ ਤੇ ਘਰ ਦੇ ਵੀ ਹੈਰਾਨ ਵੀ ਕੋਈ ਦਰਦ ਨਾ ਹੀ, ਥੱਕਿਆ ਨਾ। ਮੈਂ ਕਿਹਾ ਮੈਨੂੰ ਖੜਾ ਕਰੋ। ਫਿਰ ਉਹਨਾਂ ਕਿਹਾ ਕਿਰਪਾ ਹੋ ਗਈ ਹੈ। ਖੜਾ ਕਰਕੇ ਉਸ ਬੰਦੇ ਨੇ, ਇਸ ਤਰ੍ਹਾਂ ਮਸਕੀਨ ਸਾਹਿਬ ਬੈਠਿਆ, ਏਦਾਂ ਉਹ ਬੈਠਾ, ਹਿੰਦੀ ਦੇ ਵਿੱਚ ਕੁਝ ਬੋਲਦਾ। ਕਹਿੰਦਾ ਵੀ ਮੈਂ ਨਾਸਤਿਕ ਸੀ, ਮੈਂ ਕਹਿੰਦਾ ਸੀ ਦਵਾਈਆਂ ਵਾ, ਕੰਪਿਊਟਰ ਹੈ ਨਹੀਂ ਕੁਛ ਵੀ ਗੁਰੂ ਘਰ। ਫਿਰ ਕਹਿੰਦੇ ਅੱਜ ਮੈਂ ਮਾਫੀ ਮੰਗ ਕੇ ਕਹਿੰਦਾ ਤੇਰੀ ਅੱਖ ਨਹੀਂ ਹੈਗੀ, ਉਹ ਤਾਂ ਸਭ ਕੁਝ ਕਰ ਬੋਲੇ ਸੋਨਿਆ। ਇਸ ਕਰਕੇ ਭਾਗਾਂ ਵਾਲੇ ਉਹ ਵੱਡੇ ਭਾਗ ਆ। ਬੰਦਾ ਸਮਝੇ ਨਾ ਸਮਝੇ ਵੀ ਗੁਰੂ ਗ੍ਰੰਥ ਸਾਹਿਬ ਕੌਣ ਆ, ਦਰਬਾਰ ਕੀ ਆ। ਆ ਜਿਹੜੀਆਂ ਸੇਵਾ ਮਿਲੀਆਂ, ਦੇਵੀ ਦੇਵਤੇ ਤਰਸਦੇ ਆ ਇਹਨਾਂ ਸੇਵਾ ਨੂੰ, ਤਰਸਦੇ ਆ ਵੀ ਮਹਾਰਾਜ ਸਾਨੂੰ ਥੋੜੀ ਜਿਹੀ ਸੇਵਾ ਦੇ ਦਿਓ। ਤੇ ਅਸੀਂ ਕੀ ਵੀ ਨਿਕੰਮੇ, ਪਹਿਲਾਂ ਤੇ ਮੈਂ ਹੀ ਆ।
ਅਸੀਂ ਕਈ ਵਾਰੀ ਦੁਖੀ ਹੋ ਜਾਈਦਾ ਵੀ ਮਹਾਰਾਜ ਸਾਡੇ ਤੋਂ ਸੇਵਾ ਹੀ ਨਹੀਂ ਹੁੰਦੀ, ਸਾਡੇ ਤੋਂ ਸੇਵਾ ਨਹੀਂ ਹੁੰਦੀ। ਮਹਾਰਾਜ ਕਹਿੰਦੇ ਨੇ ਕਮਲਿਓ ਤੁਹਾਨੂੰ ਕਦਰ ਹੀ ਨਹੀਂ ਅਜੇ ਤੁਹਾਨੂੰ ਪਤਾ ਹੀ ਨਹੀਂ ਵੀ ਇਹ ਤਖਤ ਕਿਹਦਾ ਤੇ ਇਹ ਕਿਹਦਾ ਦਰਬਾਰ ਹੈ। ਤੁਸੀਂ ਦੁਨਿਆਵੀ ਚੀਜ਼ਾਂ ਲਈ ਭੱਜਦੇ ਆ। ਬੰਦੇ ਨੂੰ ਮਿਲੋ 1.5 ਲੱਖ 2 ਲੱਖ ਰੁਪਈਆ ਬਣਦਾ ਬਾਹਰ, ਤੇ ਕਿੱਦਾਂ 20 ਘੰਟੇ ਕੰਮ ਕਰ ਜਾਂਦਾ ਬੰਦਾ, ਤੇ ਇੱਥੇ 20 ਮਿੰਟ ਕਹਿ ਦੇ ਨਾ ਸਾਡੀ ਫੌਤ ਹੋ ਜਾਣੀ। ਫੌਤ ਸਮਝਦੇ ਹੋ? ਮੌਤ। ਕਿਸੇ ਨੂੰ ਵੀ ਕਹਿ ਦੇ ਵੀ ਭਾਈ ਸਾਹਿਬ ਆ ਤੁਸੀਂ ਨਾ 20 ਮਿੰਟ ਪ੍ਰਸ਼ਾਦ ਤੇ ਬਿਓ, ਉਹਨੇ ਕਹਿਣਾ ਨਾ 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 ਵਾਹਿਗੁਰੂ ਮੈਂ ਤੇ ਮੇਰੇ ਤੋਂ ਤੇ ਚੌਂਕੜਾ ਹੀ ਨਹੀਂ ਵੱਜਦਾ। ਤੇ ਅੱਜ ਹੀ ਉਹਨੂੰ ਕੈਨੇਡਾ ਘਲਾ ਦੇ, ਉੱਥੇ ਫਰੂਟ ਪੈਕ ਕਰਨਾ ਵਾ 12 ਘੰਟੇ, ਤੇ ਉਹਨੇ ਕਹਿਣਾ ਭਾਵੇਂ 15 ਲਵਾ ਲਓ, ਮੈਂ ਕੀ ਕਰਨਾ ਬੁੱਢੇ ਪਏ। ਉੱਥੇ ਤੈਨੂੰ ਕਿੱਦਾਂ ਐਨਰਜੀ ਮਿਲੀ? ਕਿਉਂਕਿ ਮਾਫ ਕਰਿਓ ਆਪਾਂ ਇੱਕੋ ਜਿਹੇ ਹਾਂ। ਆਪਣਾ ਧਿਆਨ ਆ ਮਾਇਆ ਵੱਲ, ਦੁਨਿਆਵੀ ਚੀਜ਼ਾਂ ਵੱਲ। ਜਦੋਂ ਆਪਾਂ ਨੂੰ ਉਹ ਮਿਲਦੀਆਂ ਤੇ ਭਾਵੇਂ ਆਪਾਂ ਨੂੰ 22 ਘੰਟੇ ਕੰਮ ਲੈ ਲਓ, ਆਪਾਂ ਥੱਕਾਂਗੇ ਨਹੀਂ। ਜਦੋਂ ਆਪਾਂ ਗੁਰੂ ਵੱਲ ਵੇਹਣੇ, ਆਪਾਂ ਬੇਸਮਝ ਨਿਆਣੇ, ਆਪਾਂ ਕਹਿੰਦੇ ਯਾਰ ਮੈਨੂੰ ਕਿਹੜਾ ਕੁਛ ਮਿਲਦਾ ਇੱਥੇ। ਇਹ ਕਿੱਦਾਂ ਮੈਂ ਹੀ ਕਹਿ ਦਿੰਦਾ ਵੀ ਮੈਂ ਕਿਹੜਾ ਕਥਾ ਦੀ ਤਨਖਾਹ ਲੈਣਾ, ਡਿਊਟੀ ਤੇ ਮੇਰੀ ਹੋ ਰਹੀ ਆ ਵੀ ਮੈਂ ਉਹ ਕਿਹੜੀ ਨੀਚਤਾ ਆ ਜਾਂਦੀ ਮਨ ਦੇ ਵਿੱਚ। ਫਿਰ ਵੀ ਗੁਰੂ ਤਰਸ ਕਰਦਾ, ਜੇ ਚਾਹਵੇ ਤੇ ਇਦਾਂ ਦਾ ਧੱਕਾ ਮਾਰੇ ਮੁੜ ਕੇ ਲਾਗੇ ਨਾ ਆਈਏ। ਆਖੋ ਸਤਨਾਮ ਵਾਹਿਗੁਰੂ। ਹਮ ਰੁਲਤੇ ਫਿਰਤੇ, ਹਮ ਰੁਲਤੇ ਫਿਰਤੇ, ਹਮ ਰੁਲਤੇ ਫਿਰਤੇ, ਹਮ ਰੁਲਤੇ ਫਿਰਤੇ। ਕੋਈ ਬਾਤ ਨਾ पूछता, कोई बात ना पूछता, कोई बात न पूछता, कोई बात न पूछता। हम रुलते फिरते, हम रुलते फिरते, हम रुलते फिरते, हम रुलते फिरते। कोई बात ना पूछता, कोई बात ना पूछता, कोई बात न पूछता, कोई बात न पूछता। ਸ਼ੁਕਰ ਕਰਿਆ, ਮਾਫੀ ਮੰਗ ਲਈ ਦੀ ਬਾਪੂ, ਗਲਤੀਆਂ ਕਰ ਜਾਂਦੇ। ਸਿਰ ਤੇ ਹੱਥ ਰੱਖੀ ਸੇਵਾ ਲਈ ਜਾਈ। ਹਾਂਜੀ ਰਹਾਉ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਹਰ ਸੰਤੋ ਦੇਖੋ ਨਦਰ ਕਰ, ਨਿਕਟ ਵਸੈ ਭਰਪੂਰ। ਇਹ ਸਾਧੂ ਜਨੋ ਤੁਹਾਨੂੰ ਨਜ਼ਰ ਆਉਂਦਾ ਜੀ? ਆਖੋ ਵਾਹਿਗੁਰੂ। ਆਪਾਂ ਨੂੰ ਨਹੀਂ ਕਿਹਾ ਹਰ ਸੰਤੋ ਦੇਖੋ ਨਦਰ ਕਰ। ਕਹਿੰਦੇ ਰੱਬ ਦੇ ਪਿਆਰਿਓ ਤੁਹਾਡੇ ਕੋਲ ਅੱਖਾਂ ਹੈਗੀਆਂ। ਜਿੱਦਾਂ ਕਹਿੰਦੇ ਕਿ ਮਹਾਂਪੁਰਖ ਸੀ, ਮੈਨੂੰ ਨਾਮ ਵਿਸਰਿਆ, ਤੇ ਕਹਿੰਦੇ ਇਦਾਂ ਉਹਨਾਂ ਕੋਲ ਕੋਈ ਪ੍ਰੇਮੀ ਆਇਆ ਤੇ ਬਾਬਾ ਜੀ ਬੈਠੇ ਬੈਠੇ ਕਹਿੰਦੇ ਕੀ ਹਾਲ ਸਿੰਘਾ ਤੇਰਾ? ਕਹਿੰਦੇ ਬਾਬਾ ਜੀ ਚੜ੍ਹਦੀ ਕਲਾ। ਗੱਭਰੂ ਜਵਾਨ ਸੀ, ਤੇ ਬਚਨ ਚੱਲਦਿਆਂ ਚੱਲਦਿਆਂ ਤੇ ਮਹਾਂਪੁਰਖਾਂ ਨੇ ਆਪਣੀ ਐਨਕ ਲਾਈ ਤੇ ਆਪਣੇ ਗੋਡੇ ਤੇ ਮਲ ਕੇ ਨਾ 3-4 ਵਾਰੀ ਦਾ ਆਪਾਂ ਐਨਕ ਸਾਫ਼ ਕਰੀਦੀ ਆ, ਤੇ ਮਲ ਕੇ ਤੇ ਆਪਣੇ ਹਜ਼ੂਰ ਕੀ ਨਾ ਇਦਾਂ ਸੀਸਾ 5-7 ਵਾਰੀ ਸਾਫ਼ ਕਰਕੇ ਤੇ ਕਹਿੰਦੇ ਲਾਲਾ। ਉਹਨੂੰ ਮੁੰਡੇ ਨੂੰ ਕਹਿੰਦੇ ਵੀ ਹਲੇ ਪੁੱਤ ਐਨਕ ਲਾਲਾ। ਉਹ ਕਹਿੰਦੇ ਬਾਬਾ ਜੀ ਮੇਰੀਆਂ ਅੱਖਾਂ ਠੀਕ ਆ। ਜਦੋਂ ਬੇਸਮਝੀ ਹੋਵੇ, ਬਰਾਤ ਮਾੜੀ ਹੋਵੇ, ਉਹਨੂੰ ਨਹੀਂ ਸੀ ਸਮਝ ਵੀ ਕੀ ਖੇਡ ਖੇਡਣ ਦਾ, ਭਾਗ ਜਾ ਕੇ ਕਹਿੰਦੇ ਐਨਕ ਲਾਲਾ ਪੁੱਤ। ਕਹਿੰਦੇ ਬਾਬਾ ਜੀ ਮੇਰੀਆਂ ਅੱਖਾਂ ਸਹੀ ਆ, ਇਹ ਤੁਹਾਨੂੰ ਹੀ ਸੋਭਦੀ, ਤੁਹਾਡੀ ਨਜ਼ਰ ਘੱਟ ਆ ਨਾ ਫਿਰ, ਤੇ ਮੈਨੂੰ ਤਾਂ ਲੱਗੀ ਨਹੀਂ ਹੈ। ਮਹਾਂਪੁਰਖਾਂ ਫਿਰ ਦੂਜੀ ਵਾਰੀ ਕਿਹਾ, ਕਹਿੰਦੇ ਲਾਲਾ ਫਿਰ? ਕਹਿੰਦੇ ਨਹੀਂ ਜੀ ਮੈਂ ਕੀ ਕਰਨੀ, ਚੜ੍ਹਦੀ ਕਲਾ, ਬੜੀ ਮਿਹਰ ਅੱਖਾਂ ਨੂੰ। ਤੀਜੀ ਵਾਰੀ ਕਹਿੰਦੇ ਚੱਲ ਸਾਨੂੰ ਹੀ ਲਾ ਕੇ ਵਿਖਾ ਦੇ। ਕਹਿੰਦੇ ਨਹੀਂ ਮਹਾਂਪੁਰਖ ਕੋਈ ਗੱਲ ਨਹੀਂ। ਮਹਾਂਪੁਰਖ ਚੁੱਪ ਕੀਤਾ ਤੇ ਐਨਕ ਜਿਹੜੀ ਸੀ ਜਦੋਂ ਲਾਉਣ ਲੱਗੇ ਤੇ ਲਾਗੇ ਕੋਈ ਭਾਵਨਾ ਵਾਲਾ ਬੈਠਾ ਸੀ। ਉਹ ਕਹਿੰਦਾ ਬਾਬਾ ਜੀ ਕਿਤੇ ਸਾਡੇ ਤੇ ਵੀ ਤਰਸ ਕਰ ਦਿਆ ਕਰੋ। ਮਹਾਂਪੁਰਖ ਕਹਿੰਦੇ ਪੁੱਤਰਾ ਉੱਤੋਂ ਆਵਾਜ਼ ਨਹੀਂ ਆਈ ਹੈ।
ਇਹਦੇ ਕੋਈ ਪੂਰਬਲੇ ਲੇਖ ਚੰਗੇ ਸੀ, ਸਾਨੂੰ ਪਹਿਲੀ ਵਾਰੀ ਮਿਲਿਆ, ਸਾਨੂੰ ਉੱਤੋਂ ਆਵਾਜ਼ ਆਈ ਸੀ ਵੀ ਇਹਨੂੰ ਦਿਓ। ਇੱਕ ਜਗੰਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ। ਕਹਿੰਦੇ ਸਾਨੂੰ ਆਵਾਜ਼ ਸੀ ਵੀ ਇਹਨੂੰ ਦੇ ਦੇ, ਇਹਦੇ ਭਾਗ ਤੇ ਬਰਾਤ ਨਹੀਂ ਮਾੜੀ ਹੈ। ਤੇ ਉਹ ਕਹਿੰਦੇ ਜਦੋਂ ਚਲੇ ਗਏ ਮਹਾਂਪੁਰਖ, ਤੇ ਉਹ ਜਿਹਨੂੰ ਮਿਲਦੀ ਉਹ ਕਹਿੰਦਾ ਵੀ ਮੈਨੂੰ ਦੇਣ ਦੇ, ਮੈਂ ਲਈ ਨਹੀਂ ਤੇ ਤੂੰ ਮਿੰਨਤਾਂ ਕਰਨ ਦਿਆ, ਤੇ ਤੂੰ ਬਾਬੇ ਦੀ ਅਣਖ ਤੋਂ ਕੀ ਲੈਣਾ ਸੀ? ਬਾਬੇ ਨੇ ਤੇ ਤਾਂ ਲਾਈ, ਦੀਦਾ ਨਹੀਂ। ਉਹ ਰੋ ਕੇ ਕਹਿੰਦਾ ਓਏ ਪੁੱਤ, ਓਏ ਕਮਲਿਆ, ਤੈਨੂੰ ਕੀ ਪਤਾ ਉਹ ਐਨਕ ਨਹੀਂ ਸੀ ਦੇਂਦਾ, ਉਹ ਤੇ ਉਹ ਅੱਖਾਂ ਦੇਂਦਾ ਸੀ ਜਿਨ੍ਹਾਂ ਨੂੰ ਗੁਰੂ ਨਾਨਕ ਦਿਸਦਾ। ਇਹ ਰਮਜ ਹੁੰਦੀ ਸਾਧੂ ਦੀ, ਕਿਤੇ ਆਪਾਂ ਸਮਝ ਨਹੀਂ ਸਕੀਦੀ। ਕਈ ਵਾਰੀ ਇੱਦਾਂ ਸਮਾਂ ਗਵਾ ਜਾਈਦਾ, ਰਮਜ 'ਚ ਹੀ ਗੱਲਾਂ ਕਰਦੇ ਰੱਬ ਦੇ ਪਿਆਰੇ, ਸਿੱਧਾ ਥੋੜ੍ਹਾ ਕਿਸੇ ਨੂੰ ਕੁਝ ਕਹਿੰਦੇ ਆ। ਜਿੱਦਾਂ ਉਹ ਬੀਬੀ ਇੱਕ ਆਈ ਤੇ ਕਹਿੰਦੀ ਮਹਾਂਪੁਰਖ ਸਾਡੇ ਵੀ ਦਿਨ ਮੁੜਨਗੇ, ਸਾਡੇ ਵੀ ਦਿਨ ਮੁੜਨਗੇ, ਸਾਡੀ ਵੀ ਗਰੀਬੀ ਨਿਕਲੂਗੀ। ਤੇ ਬਾਬਾ ਜੀ ਨੇ 2-4 ਮਿੰਟ ਬੈਠਿਆਂ ਨਾ 50 ਰੁਪਏ ਜੇਬ ਚੋਂ ਕੱਢੇ ਤੇ ਬੀਬੀ ਨੂੰ ਕਹਿੰਦੇ ਆ ਲੈ। ਤੇ ਬੀਬੀ ਵੀ ਗਾੜੀ ਮੇਰੇ ਨੂੰ ਬਰਾਤ ਮਾੜੀ ਵਾਲੀ ਕਹਿੰਦੀ ਬਾਬਾ ਜੀ ਪੈਸੇ ਰੱਖ ਲਓ, ਪੈਸੇ ਨਹੀਂ ਅਸੀਂ ਲੈਣੇ, ਨਾਲੇ 50 ਰੁਪਈਆ ਨਾਲ ਕਿਹੜਾ ਸਾਡਾ ਕਿਤੇ ਜ਼ਿੰਦਗੀ ਲੰਘਣੀ। ਤੁਸੀਂ ਸਾਨੂੰ ਅਰਦਾਸ ਕਰੋ ਸਾਡੀ ਵੀ ਮਹਾਰਾਜ ਸਾਨੂੰ ਬਹੁਤਾ ਦਿਨ ਚੜ੍ਹਦੀ ਕਲਾ ਹੋਏ। ਤੇ ਪੰਜਾਬ ਬਾਬਿਆਂ ਨੇ 3 ਵਾਰੀ ਮਹਾਂਪੁਰਖਾਂ ਨੇ ਆਖਿਆ ਮਾਤਾ 50 ਰੁਪਏ ਰੱਖ ਲਾ, ਕਹਿੰਦੇ ਨਹੀਂ, ਹਾਰ ਕੇ ਮਾਤਾ ਪੈ ਗਈ। ਕਹਿੰਦੇ ਬਾਬਾ 50 ਨਾਲ ਪੂਰੀ ਪੈਂਦੀ ਆ, ਸਾਡੀ ਅਰਦਾਸ ਕਰ ਤੇ ਖੁੱਲੇ ਗੱਫੇ ਲਿਆ। ਉਹ ਕੋਈ ਰਮਜ ਵੇਖਣ ਦਾ ਸੀ ਕਿ ਚੰਗਾ ਨਹੀਂ ਲੈਣੇ ਤੇ ਜਾ। ਕਈ ਵਾਰੀ ਨਾ ਕੋਈ ਮਾਹੌਲ ਹੁੰਦਾ, ਕੋਈ ਦੇਣਾ ਚਾਹੁੰਦਾ, ਕਿਸਮਤ ਤੋਂ ਬਿਨਾਂ ਨਹੀਂ ਲੈਣਾ। ਉਹੀ ਗੱਲ ਹੋਈ ਜਦੋਂ ਪ੍ਰਸ਼ਾਦਾ ਪਾਣੀ ਖਾ ਕੇ ਚੱਲੇ ਤੇ ਮਹਾਰਾਜ ਨੇ ਉਹਦੇ ਭੁਜੰਗੀ ਨੂੰ ਆਵਾਜ਼ ਮਾਰੀ, ਕਹਿੰਦੇ ਮਹਾਂਪੁਰਖ ਕਹਿੰਦੇ ਪੁੱਤ ਰਿਹਾ। ਜਦੋਂ ਆਇਆ ਤੇ ਉਹਨਾਂ 50 ਰੁਪਏ ਉਹਦੀ ਜੇਬ 'ਚ ਪਾ ਦੇ, ਧੱਕੇ ਨਹੀਂ। ਤੇ ਉਹ ਪਰੇ ਖੜੋਤੀ ਸੀ, ਮਾਰੀ ਸਾੜਦੀ, ਕਹਿੰਦੀ ਕਿੱਧਰ ਗਿਆ? ਤੇ ਬਾਬਾ ਜੀ ਕੋਲੇ ਗਿਆ। ਕੀ ਆਂਦੇ? ਕਹਿੰਦੇ ਉਹਨਾਂ ਨੇ ਪੈਸੇ ਮੇਰੀ ਜੇਬ 'ਚ ਪਾ ਦੇ। ਪੈਸੇ ਕੱਢੇ ਖਿੱਚ ਕੇ। ਅਸੀਂ ਕਹਿੰਦੀ ਨੰਗ, ਅਸੀਂ ਭੁੱਖੇ ਹਾਂ 50 ਰੁਪਈਆਂ ਦੇ। ਬਾਬੇ ਅਰਦਾਸ ਤਕੜਿਆਂ ਦੀ ਕਰਦੇ, ਮੈਂ ਕਿਹਾ ਅਰਦਾਸ ਕਰੋ ਸਾਡੀ ਗਰੀਬੀ ਨਿਕਲੇ। ਸਾਨੂੰ 50 ਰੁਪਏ ਜਾ ਕੇ ਤੇ ਚੁੱਕ ਕੇ ਮਾਰੇ। ਤੇ ਮਹਾਂਪੁਰਖਾਂ ਨੇ ਫੜ ਕੇ ਰੱਖ ਲਏ। ਤੇ ਉੱਧਰ ਸੜਕ ਦੇ ਉੱਤੇ ਬੱਚੇ ਨੇ ਆਖਿਆ ਚੱਲ ਮਾਤਾ ਆਉਂਦੀ ਉਹਨਾਂ ਚਿਰ ਮੈਂ ਰਸਤਾ ਕ੍ਰੋਸ ਕਰ ਲਾਂ। ਇੱਧਰੋਂ ਟਰੱਕ ਆਇਆ ਤੇ ਆਖੋ ਸਾਥ ਸੜਕ ਦੇ ਨਾਲ ਹੀ ਬੱਚਾ ਜੁੜ ਗਿਆ। ਉੱਚੀ ਉੱਚੀ ਰੋਵੇ, ਮੈਂ ਲੁੱਟੀ ਗਈ ਲੋਕੋ, ਬਰਬਾਦ ਹੋ ਗਈ। ਉਹ ਰੱਬ ਦੇ ਪਿਆਰਿਓ ਆਹ ਕੀ ਬਣ ਗਿਆ? ਕਹਿੰਦੇ ਤੇਰੀਆਂ ਮਿੰਨਤਾਂ ਕੀਤੀਆਂ, ਤੇਰੇ ਤੇ ਤਰਸ ਆਇਆ, ਤੂੰ ਆ ਕੇ ਆਖਿਆ ਬਾਬਾ ਜੀ ਕਿਤੇ ਸਾਡੀ ਵੀ ਗਰੀਬੀ ਨਿਕਲੂ, ਸਾਡੇ ਵੀ ਦਿਨ ਮੁੜਨਗੇ ਵਾਰ-ਵਾਰ। ਤੇ ਅਸੀਂ ਤੇਰੇ ਬੱਚੇ ਵੱਲ ਵੇਖਿਆ ਵੀ ਇਹਦੇ ਪਿੱਛੇ ਮੌਤ ਖੜੋਤੀ ਹੈ, ਬੱਚੇ ਦੀ ਮੌਤ ਆ ਗਈ ਹੈ। ਅਸੀਂ ਅਰਦਾਸ ਕੀਤੀ ਉਹਦੇ ਅੱਗੇ, ਗੁਰਬਾਣੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਹਰ ਕੀ ਬਾਧੀ ਭਗਤ ਛਡਾਵੇ, ਬਾਧੀ ਭਗਤ ਨਾ ਛੂਟੈ ਮੋਏ। ਕਹਿੰਦੇ ਅਸੀਂ ਚਾਹੁੰਦੇ ਸੀ ਇਹ ਵਾਹਿਗੁਰੂ ਇਹ ਆਏ ਸੰਗਤ ਵਿੱਚ ਤੇ ਮੋੜਨਾ ਨਹੀਂ ਇਹਨਾਂ ਨੂੰ। ਤੇ ਵਾਹਿਗੁਰੂ ਦੇ ਘਰੋਂ 50 ਸਾਲ ਉਮਰ ਮੰਗਾਈ। ਉਹ 50 ਰੁਪਈਏ ਨਹੀਂ ਸੀ, 50 ਸਾਲ ਉਮਰ ਸੀ। 4 ਵਾਰੀ ਤੁਹਾਨੂੰ ਦਿੱਤੀ, ਤੁਹਾਡੀ ਕਿਸਮਤ ਮਾੜੀ, ਆਪ ਸੁੱਟ ਕੇ ਗਈ। ਹੁਣ ਅਸੀਂ ਕੀ ਕਰੀਏ? ਹੁਣ ਕੁਛ ਨਹੀਂ ਹੋਣਾ, ਜਾ ਭੁਗਤ ਜੋ ਲਿਖਿਆ ਕੋ ਸਤਿਨਾਮ। ਕਈ ਵਾਰੀ ਇੱਦਾਂ ਦਾ ਮਾਹੌਲ ਹੁੰਦਾ ਵਾ, ਪਰਮਾਤਮਾ ਕਿਸੇ ਰਾਹੀਂ ਦੇਣਾ ਚਾਹੁੰਦਾ ਪਰ ਨਹੀਂ ਲੈ ਸਕਦੇ ਭਾਗਾਂ ਤੋਂ ਬਿਨਾਂ। ਤੋ ਕਹਿੰਦੇ ਹਰ ਸੰਤੋ ਦੇਖੋ ਨਜ਼ਰ ਕਰ, ਕਹਿੰਦੇ ਸਾਧੂਆਂ ਮਹਾਂਪੁਰਖਾਂ ਨੂੰ, ਠੱਗਾਂ ਨੂੰ ਨਹੀਂ। ਕਈ ਸੰਤਾਂ ਸਾਧੂਆਂ ਦੇ ਰੂਪ 'ਚ ਠੱਗ ਵੀ ਜੇ, ਉਹਨਾਂ ਦੀ ਗੱਲ ਨਹੀਂ ਕੀਤੀ। ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਅਸਲੀ ਸਾਧੂ ਉਹਨਾਂ ਕੋਲ ਅੱਖਾਂ ਹੈਗੀਆਂ, ਉਹਨਾਂ ਦੇ ਕੋਲ ਹੀ ਬੈਠਾ ਹੈ। ਗੁਰਮੁਖ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ। ਕਹਿੰਦੇ ਜਿਨ੍ਹਾਂ ਨੂੰ ਪਛਾਣ ਆ ਗਈ ਉਹ ਸਦਾ ਹੀ ਮਹਾਰਾਜ ਨੂੰ ਅੰਗ ਸੰਗੀ ਸਮਝਦੇ, ਜਿਵੇਂ ਮੇਰੇ ਕੋਲ ਹੀ ਬੈਠੇ ਮਹਾਰਾਜ। ਜਿਨ ਗੁਣ ਤਿਨ ਸਦ ਮਨ ਵਸੈ ਅਵਗੁਣਵੰਤਿਆਂ ਦੂਰ। ਤੇ ਜਿਨ੍ਹਾਂ ਰੂਹਾਂ ਦੇ ਵਿੱਚ ਗੁਣ ਹੈਗੇ ਆ ਨਾ, ਉਹਨਾਂ ਦੇ ਮਨ ਸਦਾ ਹੀ ਪਰਮਾਤਮਾ ਵਾਲਾ। ਤੇ ਜਿਨ੍ਹਾਂ 'ਚ ਕੋਈ ਗੁਣ ਨਹੀਂ, ਅਵਗੁਣਵੰਤਿਆਂ ਦੂਰ, ਕੋਈ ਗੁਣ ਨਹੀਂ ਹੈ, ਉਹਨਾਂ ਦੇ ਕੋਲ ਫਿਰ ਨਹੀਂ ਰਹਿੰਦੇ, ਦੂਰ ਚਲੇ ਜਾਂਦੇ ਹਨ। ਮਨ ਮੁਖ ਗੁਣ ਤੈ ਬਾਹਰੇ
ਬਿਨ ਨਾਵੈ ਮਰਦੇ ਚੂਰ। ਕਹਿੰਦੇ ਜਿਹੜੇ ਮਨਮੁਖ ਆਪਾਂ, ਆਪਣੇ 'ਚ ਕੋਈ ਕਰਤੂਤ ਨਹੀਂ, ਕੋਈ ਆਪਣਾ ਜੀਵਨ ਨਹੀਂ ਹੈਗਾ ਬਹੁਤਾ ਵਧੀਆ। ਮਹਾਰਾਜ ਕਹਿੰਦੇ ਫਿਰ ਕੀ ਹੁੰਦਾ, ਮਨਮੁਖ ਗੁਣ ਤੇ ਬਾਹਰ ਏ, ਜਿਨ੍ਹਾਂ ਦੇ ਕੋਲ ਰੱਬ ਦੀ ਪਿਆਰ ਲਈ ਥਾਂ ਨਹੀਂ। ਬਿਨ ਨਾਵੇ ਮਰਦੇ ਚੂਰ, ਚੁਰ ਚੁਰ ਕੇ ਆਪਾਂ ਝੁਰ ਨਹੀਂ ਦੇ, ਨਾ ਰਾਤ ਲੰਘਦੀ ਆ ਨਾ ਦਿਨ ਲੰਘਦਾ, ਕਦੇ ਕਿਤੇ ਬਹਿ ਜਾਈਦਾ ਕਦੇ ਕਿਤੇ ਬਹਿ ਜਾਈਦਾ। ਮਹਾਰਾਜ ਕਹਿੰਦੇ ਝੁਰਦਾ ਹੀ ਰਹਿੰਦਾ, ਝੁਰ ਕੇ ਤੂੰ ਮਰ ਜਾਣਾ। ਕਿਉਂ? ਕਿਉਂਕਿ ਤੇਰੇ 'ਚ ਰੱਬ ਵਾਲੀ ਚੀਜ਼ ਹੀ ਕੋਈ, ਜਿਹੜੀਆਂ ਚੀਜ਼ਾਂ ਰੱਬ ਨੂੰ ਪਸੰਦ ਆ ਨਾ ਉਹ ਤੇਰੇ ਕੋਲ ਹੈ ਨਹੀਂ ਆ। ਰੱਬ ਨੂੰ ਕੀ ਪਸੰਦ ਆ? ਸੱਤ, ਸੰਤੋਖ, ਦਇਆ, ਧਰਮ ਤੇ ਧੀਰਜ। ਤੇਰੇ 'ਚ ਪੰਜੇ ਨਹੀਂ ਹੈਗੇ। ਤੇ ਰੱਬ ਨੂੰ ਨਫ਼ਰਤ ਕਿੰਨਾਂ ਚੀਜ਼ਾਂ ਤੋਂ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਹ ਭਰਿਆ ਪਿਆ ਤੇਰੇ ਕੋਲ ਵਾਧੂ, ਜਿੰਨਾ ਮਰਜ਼ੀ ਲੈ ਲਓ। ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿਨ ਮਨ ਧਿਆਇਆ ਹਰ ਸੋਏ। ਜਿਨ੍ਹਾਂ ਨੇ ਗੁਰੂ ਦੀ ਕਥਾ ਸੁਣੀ, ਗੁਰੂ ਦਾ ਸ਼ਬਦ ਸੁਣਿਆ ਤੇ ਉਹਨੂੰ ਫਿਰ ਮੰਨਿਆ ਤੇ ਧਿਆਉਣਾ ਕੀਤਾ। ਅਨ ਦਿਨ ਭਗਤੀ ਰਤਿਆ, ਮਨ ਤਨ ਨਿਰਮਲ ਹੋਏ। ਜਿਹੜੇ ਰੋਜ਼ ਬਿਨਾਂ ਲਾਗੇ ਤੋਂ ਭਗਤੀ 'ਚ ਰਤੇ ਆ ਨਾ, ਉਹਨਾਂ ਨੂੰ ਮਹਾਰਾਜ ਕਹਿੰਦੇ ਫਿਰ ਮਨ ਤੇ ਤਨ ਨਿਰਮਲ, ਭਾਵ ਅੰਦਰ ਦੀ ਜਿਹੜੀ ਮੈਲ ਆ ਉਹ ਲੈ ਜਾਂਦੀ ਹੈ। ਮੂੜਾ ਰੰਗ ਕੁਸੰਭ ਕਾ, ਬਿਨ ਸਜਾਏ ਦੁਖ ਰੋਏ। ਕੁਸੁੰਭ ਦਾ ਰੰਗ ਹੈ ਕੱਚਾ, ਇੱਕ ਮਜੀਠ ਆ ਪੱਕਾ। ਮਜੀਠ ਨੰਗ ਹੈ ਨਾਮ ਦਾ, ਸੇਵਾ ਦਾ, ਇਹ ਮਰਨ ਤੋਂ ਬਾਅਦ ਨਹੀਂ ਲੈਂਦਾ। ਕਸੁੰਭ ਕੀ ਆ? ਜਾਇਦਾਦ, ਭੈਣ ਭਰਾ, ਰਿਸ਼ਤੇਦਾਰ, ਬੱਚੇ, ਕੁੜੀਆਂ, ਮੁੰਡੇ, ਇਹ ਕੱਚਾ ਰੰਗ ਆ। ਇਹ ਮਹਾਰਾਜ ਕਹਿੰਦੇ ਪਤਾ ਹੀ ਨਹੀਂ ਲੱਗਣਾ ਕਦੋਂ ਤੇਰੇ ਕੋਲੋਂ ਵਿਸਰ ਜਾਣਾ, ਤੂੰ ਹੱਥ ਮਲਦੇ ਰਹਿ ਜਾਣਾ। ਇਸ ਅੰਤਰ ਨਾਮ ਪ੍ਰਗਾਸ ਹੈ, ਉਹ ਸਦਾ ਸਦਾ ਥਿਰ ਹੋਏ। ਜਿਹਦੇ ਅੰਦਰ ਚਾਨਣ ਹੋ ਗਿਆ ਹੈ ਉਹ ਫਿਰ ਸਦਾ ਸਦਾ ਹੀ ਥਿਰ, ਭਾਵ ਕਿਤੇ ਨਹੀਂ ਜਾਵੇਗਾ। ਇਹ ਜਨਮ ਪਦਾਰਥ ਪਾਏ ਕੈ, ਹਰ ਨਾਮ ਨਾ ਚੇਤੈ ਲਿਵ ਲਾਏ। ਮਾਰੇ ਕਹਿੰਦੇ ਏਡਾ ਸੋਹਣਾ ਤੈਨੂੰ ਜਨਮ ਮਿਲਿਆ ਓਏ ਪਿਆਰਿਆ, ਪਰ ਤੂੰ ਇਹ ਪਦਾਰਥ ਜਿਹੜਾ ਇਹ ਐਵੇਂ ਗਵਾਈ ਜਾਂਦਾ, ਨਾ ਤੇ ਤੂੰ ਚੇਤੀ ਲਾਉਣਾ ਤੇ ਨਾ ਕਿਤੇ ਰੱਬ ਦੇ ਵਾਸਤੇ ਸਮਾਂ ਹੀ ਕੱਢਦਾ। ਸਾਰਿਆਂ ਵਾਸਤੇ ਟਾਈਮ ਹੈਗਾ, ਮਾਰੇ ਵਾਸਤੇ ਨਹੀਂ ਹੈਗਾ। ਆਗ ਖਿਸਿਆ ਰਹਿਣਾ ਨਹੀਂ, ਆਗੇ ਠੌਰ ਨਾ ਪਾਏ। ਕਹਿੰਦੇ ਤੇਰੇ ਪੈਰ ਖਿਸਕਣੇ ਸ਼ੁਰੂ ਹੋ ਗਏ ਆ, ਤੂੰ ਰਹਿਣਾ ਨਹੀਂ। ਉਹ ਇੱਥੇ ਗੱਲ ਸੁਣ ਲਾ, ਤੇ ਅੱਗੇ ਤੈਨੂੰ ਠੌਰ ਨਾ ਪਾਏ, ਅੱਗੇ ਤੈਨੂੰ ਕਿਸੇ ਸੰਭਾਲਣਾ ਬਣੀ। ਆਖੋ ਸਤਨਾਮ ਵਾਹਿਗੁਰੂ। ਕਿਉਂਕਿ ਅੱਗੇ ਸੰਭਾਲਣਾ ਨਹੀਂ ਤੈਨੂੰ ਕਿਸੇ ਨੇ, ਅੱਗੇ ਜਿਨ੍ਹਾਂ ਨੂੰ ਸੰਭਾਲਣਾ ਉਹਨਾਂ ਕੋਲ ਨਾਮ ਚਾਹੀਦਾ, ਸੇਵਾ, ਸਿਮਰਨ, ਬੰਦਗੀ। ਉਹ ਵੇਲਾ ਹੱਥ ਨਾ ਆਵਈ, ਅੰਤ ਗਿਆ ਪਛਤਾਏ। ਕਹਿੰਦੇ ਵੇਲਾ ਨਹੀਂ ਹੱਥ ਆਉਣਾ, ਵਾਜਾਂ ਵੂਜਾਂ ਮਾਰਨੀਆਂ ਤੂੰ ਬਥੇਰੀਆਂ, ਕਿਸੇ ਨੇ ਤੇਰੀ ਸੁਣਨੀ, ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ, ਤੇ ਫਿਰ ਪਛਤਾਵੇਂਗਾ। ਜਿਸ ਨਦਰ ਕਰੇ ਸੋ ਉਬਰੈ, ਅਰ ਸੇਤੀ ਲਿਵ ਲਾਏ। ਜਿਨ੍ਹਾਂ ਤੇ ਪਰਮੇਸ਼ਰ ਦੀ ਨਜ਼ਰ ਹੋ ਜਾਂਦੀ ਉਹ ਬਚ ਜਾਂਦੇ ਆ ਡੁੱਬਣੋਂ, ਉਹ ਲਿਵ ਲਾ ਲੈਂਦੇ ਜਿਹੜੇ ਪਰਮੇਸ਼ਰ ਦੇ ਨਾਲ। ਦੇਖਾ ਦੇਖੀ ਸਭ ਕਰੇ, ਮਨ ਮੁਖ ਬੂਝ ਨਾ ਪਾਏ। ਮਹਾਰਾਜ ਕਹਿੰਦੇ ਨਕਲ ਕਰਦਾ ਹੀ, ਜਦੋਂ ਰੰਗਿਆਂ ਵੱਲ ਵੇਂਦਾ ਨਾ ਵੀ ਉਹ ਇਦਾਂ ਬੈਠੇ ਆ ਤੇ ਇਹ ਵੀ ਇਦਾਂ ਬਹਿੰਦਾ, ਐਵੇਂ ਕਰਦਾ, ਇਦਾਂ ਮਾਲਾ ਵੀ ਫੇਰਦਾ ਵਾ, ਉਹਦੀ ਨਕਲ ਪੂਰੀ ਕਰਦਾ ਵਾ ਆਪਣੇ ਜਾਣੇ। ਸਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਮੁਖ ਬੂਝ ਨਾ ਪਾਏ। ਇਹਨੂੰ ਪਤਾ ਕੋਈ ਨਹੀਂ ਹੈਗਾ, ਪਰ ਇਹਨਾਂ ਵੀ ਨਕਲ ਕਰ ਲੈਂਦਾ। ਜਿੱਦਾਂ ਕਹਿੰਦੇ ਹੰਸਾਂ ਦੇਖ ਤਰੰਦਿਆਂ ਬੱਗਾਂ ਪਿਆਇਆ ਜਾਓ। ਕਹਿੰਦੇ ਹੰਸ ਤਰੰਦਾ ਸੀ ਤੇ ਮੇਰੇ ਵਰਗੇ ਬੰਗਲੇ ਨੰਗੇ ਉੱਥੋਂ। ਕਹਿੰਦੇ ਯਾਰ ਆਪਾਂ ਵੀ, ਇਹ ਵੀ ਆਪਣੇ ਵਰਗਾ ਹੀ ਆ, ਐਡਾ ਪੰਛੀ, ਉਹ ਰੰਗ ਵੀ ਇਦਾਂ ਦਾ, ਤੇ ਕਿਉਂ ਨਾ ਹੋਵੇ ਆਪਾਂ ਵੀ ਤਰੀਏ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਡੋਬ ਮੂਏ ਬੱਗ ਬੱਪੜੇ, ਸਿਰ ਤਲ ਉੱਪਰ ਪਾਏ। ਕਹਿੰਦੇ ਰੀਸ ਕੀਤੀ ਹੰਸ ਦੀ ਤੇ ਮਾਨ ਸਰੋਵਰ 'ਚ ਛਾਲ ਮਾਰਤੀ ਬੰਗਲਿਆਂ ਨੇ,
ਪਤਾ ਲੱਗਾ ਜਦੋਂ ਲੱਤਾਂ ਤਾਂ ਤੇ ਸਿਰ ਥੱਲੇ ਹੋ ਗਿਆ। ਇਸ ਤਰ੍ਹਾਂ ਕਰਕੇ ਜਿਹੜੇ ਮੂਰਖ ਲੋਕ ਆ ਨਾ, ਜਿੱਦਾਂ ਉਹ ਰਾਮ ਰਹੀਮ ਸੀ, ਉਹਨੇ ਉਹ ਕਰਕੇ ਤਿਆਰ ਸ਼ਰਬਤ ਤੇ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਆ, ਕਲਗੀ ਲਾ ਕੇ ਤੇ ਹੋਰ ਹੀ ਕੁਝ ਕਰੀ ਫਿਰੇ। ਜਿੱਦਾਂ ਨਿਰੰਕਾਰੀ ਸੀ ਗੁਰਬਚਨਾ, ਉਹਨੇ 7 ਸਿਤਾਰੇ ਥਾਪਤੇ, ਮਹਾਰਾਜ ਨੇ 5 ਪਿਆਰੇ ਥਾਪੇ। ਇਦਾਂ ਦੇ ਜਿਹੜੇ ਬੰਗਲੇ ਆ ਉਹ ਰੀਸ ਕਰਦੇ ਬਾਪੂ ਦੀ, ਫਿਰ ਲੱਤਾਂ ਤਾਂ ਤੇ ਸਿਰ ਥੱਲੇ ਹੋ ਜਾਂਦਾ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨਕਲ ਜੀ ਤੇ ਮਾਰਦੇ ਆ, ਪਰ ਜਦੋਂ ਨਕਲ ਮਾਰਦੇ ਤੇ ਇਹਨਾਂ ਨੂੰ ਕੋਈ ਗਿਆਨ ਨਹੀਂ ਹੈ। ਹੁਣ ਰੰਗੇ ਬੰਦੇ ਦੀ ਰੀਸ ਦੂਜਾ ਨਹੀਂ ਕਰ ਸਕਦਾ। ਹੁਣ ਕਬੀਰ ਸਾਹਿਬ ਪਾਣੀ ਤੇ ਤਰ ਗਏ ਤੇ ਆਪਾਂ ਕਹੀਏ ਆਪਾਂ ਤੇ ਡੁੱਬ ਜਾਗੇ, ਮਾਰੇ ਜਾਵਾਂਗੇ। ਤੋ ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਨਕਲ ਕਰਨੀ ਸੌਖੀ ਹੈ, ਪਰ ਕਿਸੇ ਵਰਗਾ ਬਣਨਾ ਔਖਾ ਹੈ। ਜਿਨ ਗੁਰਮੁਖ ਹਿਰਦਾ ਸ਼ੁੱਧ ਹੈ, ਸੇਵ ਪਈ ਤਿਨ ਥਾਏ। ਜਿਨ੍ਹਾਂ ਦਾ ਹਿਰਦਾ ਸਹੀ ਹੈ ਨਾ, ਆਖੋ ਵੈਗੁਰੂ, ਉਹਨਾਂ ਦੀ ਸੇਵਾ ਥਾਏ ਪੈਣੀ ਜੀ, ਦੂਜੇ ਦੀ ਨਹੀਂ ਪੈਣੀ। ਇਹ ਵੀ ਨਾਲ ਹੀ ਕਹਿਦਾ ਜੀ, ਸੇਵਾ ਉਹਦੀ ਪ੍ਰਵਾਨ ਹੋਣੀ ਜਿਹਦਾ ਹਿਰਦਾ ਸਹੀ ਹੈ। ਤੇ ਜੇ ਸੇਵਾ ਕਰਕੇ ਲੋਕਾਂ ਨੂੰ ਬਦਦੁਆਵਾਂ ਹੀ ਦੇਣੀਆਂ ਤੇ ਕੀ ਫਾਇਦਾ। ਜੇ ਪਾਠ ਕਰਕੇ ਤੇ ਗਵਾਂਢੀ ਦਾ ਬੇੜਾ ਗਰਕ ਕਰਨਾ ਤੇ ਕੋਈ ਫਾਇਦਾ ਨਹੀਂ ਹੋਵੇਗਾ। ਹਰ ਗੁਣ ਗਾਵਹਿ ਹਰ ਨਿਤ ਪੜ੍ਹੈ, ਹਰ ਗੁਣ ਗਾਏ ਸਮਾਏ। ਰੋਜ਼ ਗਾਇਆ ਕਰ ਤੇ ਰੋਜ਼ ਪੜਿਆ ਕਰ ਮਹਾਰਾਜ ਦੀ ਬਾਣੀ। ਇੱਕ ਦਿਨ ਮਹਾਰਾਜ ਤੈਨੂੰ ਲੈਣ ਆਉਣਗੇ ਜ਼ਰੂਰ। ਤੇਰੀ ਆ ਜਿਹੜੀ ਸੇਵਾ ਭਗਤੀ ਨਾ, ਆ ਜਿਹੜਾ ਤੂੰ ਚੌਂਕੜਾ ਮਾਰਦਾ, ਲੱਤਾਂ ਸੌ ਜਾਂਦੀਆਂ, ਦਰਦ ਲੱਕ 'ਚ ਪੈਣ, ਸਿਰ ਵੀ ਕਈ ਵਾਰੀ ਇੱਥੋਂ ਖੁੱਸਣ ਲੱਗ ਪੈਂਦਾ ਹੈ। ਪਰ ਮਹਾਰਾਜ ਨੇ ਇੱਕ ਹੌਸਲਾ ਦਿੱਤਾ, ਕਹਿੰਦੇ ਲੱਗਾ ਰਹਿ, ਦਿਲ ਨਾ ਛੱਡਦੀ। ਇੱਕ ਦਿਨ ਐਸਾ ਆਊਗਾ ਜਿੱਦਣ ਤੇਰਾ ਪਿਆਰਾ ਖੁਦ ਤੈਨੂੰ ਆਪਣੇ 'ਚ ਸਮਾ ਲਵੇਗਾ। ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ, ਜੇ ਨਾਮ ਰਹੇ ਲਿਵ ਲਾਏ। ਉਹਦੀ ਬਾਣੀ ਸਦਾ ਹੀ ਸੱਚ ਹੈ, 1% ਝੂਠ ਨਹੀਂ ਹੈਗਾ ਉਹਦੀ ਬਾਣੀ 'ਚ। ਪਰ ਜਿਹੜੇ ਲਿਵ ਲਾ ਲੈਂਦੇ ਉਹਨਾਂ ਨੂੰ ਪਤਾ ਲੱਗਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰੋ। ਸਾਧ ਸੰਗਤ ਵੱਡੇ ਭਾਗ ਮਹਾਰਾਜ ਦੀ ਉੱਚੀ ਸੁੱਚੀ ਬਾਣੀ ਦੇ ਆਪ ਸੰਗਤਾਂ ਚਿੱਤ ਲਾ ਕੇ ਦਰਸ਼ਨ ਕਰਦੇ ਹੋ। ਮਹਾਰਾਜ ਆਪ ਦੀ ਯਾਤਰਾ ਸੰਗ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਆਗੈ।